ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵੀਕਲੀ ਲੜੀਵਾਰ ਸ਼ੋਅ ਗੁਰੂ ਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰੂ ਗਿਆਨ ਦਾ ਨਗਾਰਾ ਸ਼ੋਅ ਦਾ 12ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੁਹਾਡੇ ਵਿੱਚੋਂ ਜੇ ਕੋਈ ਸਾਡੇ ਪਿਛਲੇ 11 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰੂ ਗਿਆਨ TV ਤੇ ਜਾ ਕੇ ਪਲੇਲਿਸਟ ਗੁਰੂ ਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। YouTube ਤੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਜੀ, ਅਤੇ ਸਾਡੇ YouTube ਚੈਨਲ ਗੁਰੂ ਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ YouTube ਚੈਨਲ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਹਰੇਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਦੋਸਤਾਂ ਨੂੰ ਇਹ ਸ਼ੋਅ ਦੇਖਣ ਲਈ ਫੋਨ ਕਾਲ ਕਰਕੇ, WhatsApp ਮੈਸੇਜ ਤੇ ਫੋਰਵਰਡ ਕਰਕੇ ਅਤੇ ਆਪਣੀ Facebook ਪ੍ਰੋਫਾਈਲ ਤੇ ਸ਼ੇਅਰ ਕਰਕੇ ਮੋਟੀਵੇਟ ਕਰਦੇ ਹੋ, ਜਿਸ ਦਾ ਨਤੀਜਾ ਇਹ ਹੈ ਕਿ ਸਾਡਾ ਇਹ ਸ਼ੋਅ ਗੁਰੂ ਗਿਆਨ ਦਾ ਨਗਾਰਾ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਹਰ ਹਫ਼ਤੇ ਵਧੀ ਜਾ ਰਹੀ ਹੈ। ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ। ਅੱਜ ਮਹੀਨੇ ਦਾ ਤੀਜਾ ਹਫ਼ਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੀਜੇ ਹਫ਼ਤੇ ਆਪਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਗੁਰਮਤਿ ਦੇ ਕੀਮਤੀ ਨੁਕਤੇ ਬਾਰੇ ਵਿਚਾਰ ਸੁਣਦੇ ਹਾਂ। ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਭਾਵੇਂ ਗੁਰਬਾਣੀ ਦੀ ਵਿਚਾਰ ਕਰਦੇ ਹਨ ਅਤੇ ਭਾਵੇਂ ਗੁਰੂ ਇਤਿਹਾਸ ਜਾਂ ਗੁਰਮਤਿ ਦੀ ਵਿਚਾਰ ਕਰਦੇ ਹਨ, ਉਹ ਅਜੋਕੀ ਲਾਈਫ ਨਾਲ ਰੈਲੇਵੈਂਟ ਕਰਕੇ ਹੀ ਸਮਝਾਉਂਦੇ ਨੇ। ਜਦੋਂ ਉਹ ਅਜੋਕੇ ਜੀਵਨ ਦੀਆਂ ਬਾਕਮਾਲ ਦਲੀਲਾਂ ਦੇ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਉਂਦੇ ਹਨ ਤਾਂ ਸਭ ਨੂੰ ਕੀਲ ਕੇ ਰੱਖ ਦਿੰਦੇ ਨੇ। ਭਾਵੇਂ ਕੋਈ ਬਜ਼ੁਰਗ ਹੋਵੇ ਜਾਂ ਨੌਜਵਾਨ ਹੋਵੇ, ਅਤੇ ਇੱਥੋਂ ਤੱਕ ਭਾਵੇਂ ਕੋਈ ਬੱਚਾ ਸੁਣ ਰਿਹਾ ਹੋਵੇ, ਸਭ ਨੂੰ ਸੌਖੀ ਸਮਝ ਵੀ ਆਉਂਦੀ ਹੈ ਅਤੇ ਜ਼ਿੰਦਗੀ ਵਿੱਚ ਕਿਵੇਂ ਜਿਉਣਾ ਹੈ ਉਸ ਦੀ ਵੀ ਬਹੁਤ ਸੌਖੀ ਸਮਝ ਆਉਂਦੀ ਹੈ। ਆਓ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਗੁਰੂ ਘਰ ਦੀਆਂ ਸੇਵਾਵਾਂ ਵਿੱਚੋਂ ਸਿੱਖ ਕੇ ਬੱਚਿਆਂ ਅਤੇ ਟੀਨੇਜਰਸ ਦੇ ਜੀਵਨ ਵਿੱਚ ਕਿਵੇਂ ਨਵੀਂ ਘੜਤ ਘੜ ਸਕਦੇ ਹਾਂ ਬਾਰੇ ਕੀਮਤੀ ਵਿਚਾਰ ਸਰਵਣ ਕਰੀਏ ਜੀ। ਗੁਰੂ ਗਿਆਨ ਦਾ ਨਗਾਰਾ ਸ਼ੋਅ ਦੇਖ ਰਹੇ ਸਮੂਹ ਦਰਸ਼ਕਾਂ ਦਾ, ਸਾਡੇ ਸਮੂਹ ਸਪਾਂਸਰਸ ਦਾ, ਗੁਰੂ ਗਿਆਨ ਦਾ ਨਗਾਰਾ ਸਮੁੱਚੀ ਟੀਮ ਦਾ ਤੇ ਸਾਡੀ ਪਿਆਰੀ ਬੇਟੀ ਹੋਸਟ ਸੁਖਮਨ ਕੌਰ ਦਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹੀਨੇ ਦਾ ਤੀਸਰਾ ਹਫ਼ਤਾ ਹੈ। ਤੀਜੇ ਹਫ਼ਤੇ ਆਪਾਂ ਗੁਰਮਤਿ ਦਾ ਨੁਕਤਾ ਤੁਹਾਡੇ ਨਾਲ ਵਿਚਾਰਦੇ ਹਾਂ ਅਤੇ ਹੁਣੇ ਹੀ ਬੇਟੀ ਸੁਖਮਨ ਕੌਰ ਨੇ ਤੁਹਾਨੂੰ ਦੱਸਿਆ ਕਿ ਜੋ ਅੱਜ ਦਾ ਸਬਜੈਕਟ ਹੈ, ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਤੋਂ ਸਿੱਖ ਕੇ ਸਾਡੀ ਆਉਣ ਵਾਲੀ ਪੀੜ੍ਹੀ, ਸਿੱਖ ਬੱਚੇ, ਟੀਨੇਜਰਸ ਅਤੇ ਸਿੱਖ ਯੂਥ, ਉਹਨਾਂ ਦਾ ਜੀਵਨ ਘੜਿਆ ਜਾ ਸਕਦਾ ਹੈ। ਅੱਜ ਲੋੜ ਹੈ ਇਸ ਗੱਲ ਨੂੰ ਪ੍ਰਚਾਰਨ ਦੀ ਅਤੇ ਹਰ ਇੱਕ ਦੇ ਜ਼ਿਹਨ ਵਿੱਚ ਇਹ ਗੱਲ ਬਿਠਾਉਣ ਦੀ ਕਿ ਅਸੀਂ ਸਿੱਖ ਹਾਂ। ਸਿੱਖ ਦੇ ਅਰਥ ਹੈ ਸਿੱਖਣ ਵਾਲਾ, ਲਰਨਰ। ਅਸੀਂ ਸਿੱਖਣਾ ਹੈ ਅਤੇ ਵੀ ਆਰ ਲੱਕੀ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਵਿਰਸਾ ਦਿੱਤਾ ਹੈ, ਸਾਡਾ ਜੋ ਹੈਰੀਟੇਜ ਹੈ, ਸਿੱਖ ਹੈਰੀਟੇਜ, ਅਮੀਰ ਵਿਰਾਸਤ, ਗੁਰੂ ਲੈਜੈਸੀ, ਉਹ ਬਹੁਤ ਕੀਮਤੀ ਹੈ। ਸਾਡੇ ਕੋਲ ਗੁਰਬਾਣੀ ਹੈ, ਸਾਡੇ ਕੋਲ ਗੁਰ ਇਤਿਹਾਸ ਹੈ। ਅਤੇ ਤੀਸਰੀ ਕਮਾਲ ਦੀ ਬਾਤ, ਅਸੀਂ ਸਾਰੇ ਕਹਿੰਦੇ ਹਾਂ ਕਿ ਸਿੱਖ ਧਰਮ ਗ੍ਰਸਤ ਮਾਰਗ ਦਾ ਧਰਮ ਹੈ। ਗ੍ਰਸਤ ਮਾਰਗ ਦੇ ਅਰਥ ਹੈ ਫੈਮਿਲੀ ਲਾਈਫ, ਵਧੀਆ ਫੈਮਿਲੀ ਲਾਈਫ, ਸੁਖੀ ਪਰਿਵਾਰ, ਖੁਸ਼ ਪਰਿਵਾਰ, ਆਪਸੀ ਪਿਆਰ ਵਿੱਚ ਭਿੱਜਿਆ ਹੋਇਆ ਪਰਿਵਾਰ, ਇੱਕ ਦੂਸਰੇ ਨੂੰ ਸਤਿਕਾਰ ਦੇਣ ਵਾਲਾ ਪਿਆਰ, ਇੱਕ ਦੂਸਰੇ ਨੂੰ ਸਤਿਕਾਰ ਦੇਣ ਵਾਲਾ ਪਰਿਵਾਰ, ਜਿੱਥੇ ਬੱਚਿਆਂ ਨੂੰ ਸੰਸਕਾਰ ਵੰਡੇ ਜਾਣ, ਉਹ ਪਰਿਵਾਰ ਕਿਵੇਂ ਬਣੇ, ਉਹਦੇ ਲਈ ਸਿੱਖ ਧਰਮ ਹੈ। ਸਿੱਖਇਜ਼ਮ ਦੀਆਂ ਕਦਰਾਂ ਕੀਮਤਾਂ, ਜਿਹਨੂੰ ਅਸੀਂ ਸਿੱਖ ਵੈਲਿਊਜ਼ ਕਹਿੰਦੇ ਹਾਂ, ਜਾਂ ਸਿੱਖ ਧਰਮ ਦੀਆਂ ਸਿੱਖਿਆਵਾਂ, ਜਿਹਨੂੰ ਅਸੀਂ
ਗੁਰਬਾਣੀ ਟੀਚਿੰਗਸ ਕਹਿੰਦੇ ਹਾਂ। ਜੇ ਸਾਡੇ ਕੋਲ ਸਾਡਾ ਧਰਮ ਗ੍ਰਸਥ ਮਾਰਗ ਦਾ ਧਰਮ ਹੈ, ਫੈਮਿਲੀ ਲਾਈਫ ਜਿਉਣ ਵਾਲਿਆਂ ਦਾ ਧਰਮ ਹੈ, ਇੱਕ ਵਧੀਆ ਸੁਖੀ ਪਰਿਵਾਰ ਤੇ ਖੁਸ਼ ਪਰਿਵਾਰ ਬਣਾਉਣ ਵਾਲਾ ਧਰਮ ਹੈ, ਫਿਰ ਕਿਧਰੇ ਨਾ ਕਿਧਰੇ ਸਿੱਖਣ ਦੀ ਕੋਈ ਘਾਟ ਸਾਡੇ ਅੰਦਰ ਰੜਕ ਰਹੀ ਹੈ। ਅੱਜ ਆਪਾਂ ਦੇਖਾਂਗੇ ਇੱਕ ਪਾਸੇ ਗੁਰੂ ਘਰ ਦੇ ਵਿੱਚ ਜਿਹੜੀਆਂ ਉਹ ਸੇਵਾਵਾਂ ਨੂੰ ਬੜਾ ਸਤਿਕਾਰ, ਸ਼ਰਧਾ, ਪਿਆਰ ਦੇ ਨਾਲ ਅਪਣਾਇਆ ਜਾਂਦਾ ਹੈ, ਹਰ ਗੁਰਸਿੱਖ ਕਰਦਾ ਹੈ, ਬੱਚੇ ਵੀ ਕਰਦੇ ਨੇ। ਇੱਕ ਹੈ ਲੰਗਰ ਬਣਾਉਣ ਦੀ ਸੇਵਾ, ਦੂਸਰਾ ਹੈ ਲੰਗਰ ਵਰਤਾਉਣ ਦੀ ਸੇਵਾ, ਤੀਸਰਾ ਹੈ ਸੰਗਤਾਂ ਦੇ ਬਰਤਨ ਧੋਣ ਦੀ, ਬਰਤਨ ਮਾਂਜਣ ਦੀ ਸੇਵਾ, ਫਿਰ ਚੌਥਾ ਹੈ ਜੋੜਾ ਘਰ ਦੀ ਸੇਵਾ, ਤੇ ਪੰਜਵਾਂ ਹੈ ਗੁਰੂ ਘਰ ਦੇ ਵਿੱਚ ਚਾਦਰਾਂ ਵਿਛਾਉਣੀਆਂ, ਦਰਬਾਰ ਸਾਹਿਬ ਦੇ ਅੰਦਰ ਵਾਕਿਊਮ ਲਾਉਣਾ। ਇਹ ਸੇਵਾਵਾਂ ਬੜੀ ਸ਼ਰਧਾ, ਸਤਿਕਾਰ, ਪਿਆਰ ਸਹਿਤ ਮਨ ਅਪਣਾਉਂਦਾ ਹੈ। ਮਨ ਨੂੰ ਇੱਕ ਸਕੂਨ ਮਿਲਦਾ ਹੈ, ਇੱਕ ਖੁਸ਼ੀ ਮਿਲਦੀ ਹੈ। ਦੂਸਰੇ ਪਾਸੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਵਾਨਿਤ ਮਰਿਆਦਾ ਜੋ ਰਹਿਤ ਮਰਿਆਦਾ ਹੈ, ਉਹਦੇ ਵਿੱਚੋਂ ਆਪਾਂ ਸੇਵਾ ਦਾ ਚੈਪਟਰ ਪੜ੍ਹਦੇ ਹਾਂ। ਤੁਹਾਨੂੰ ਯਾਦ ਹੋਏਗਾ ਪਹਿਲੇ ਮਹੀਨੇ ਦੇ ਤੀਸਰੇ ਹਫਤੇ, ਯਾਨੀ ਜੂਨ ਮਹੀਨੇ ਦੇ ਤੀਸਰੇ ਹਫਤੇ, ਤੁਸੀਂ ਸਾਡੇ YouTube ਚੈਨਲ ਗੁਰਗਿਆਨ TV ਤੋਂ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚ ਜਿਹੜਾ ਇਸ ਗੁਰਗਿਆਨ ਦਾ ਨਗਾਰਾ ਸ਼ੋਅ ਦਾ ਤੀਜਾ ਐਪੀਸੋਡ ਹੈ, ਉਹਨੂੰ ਜ਼ਰੂਰ ਦੁਬਾਰੇ ਦੇਖਿਓ। ਉਹਦੇ 'ਚ ਆਪਾਂ ਵਿਚਾਰਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਸੇਵਾ ਸਿੱਖ ਧਰਮ ਦਾ ਇੱਕ ਉੱਘਾ ਅੰਗ ਹੈ, ਉੱਘਾ ਅੰਗ, ਪ੍ਰੋਮੀਨੈਂਟ ਪਾਰਟ ਹੈ। ਇਹ ਨਮੂਨੇ ਮਾਤਰ ਮੀਨਸ ਇਲਸਟ੍ਰੇਟਿਵ ਮਾਡਲਸ, ਨਮੂਨੇ ਮਾਤਰ ਸਿਖਾਉਣ ਲਈ ਗੁਰੂ ਘਰਾਂ ਵਿੱਚ ਇਸ ਦਾ ਪ੍ਰਬੰਧ ਕੀਤਾ ਹੁੰਦਾ ਹੈ। ਇਹਦਾ ਮਤਲਬ ਜਿਹੜੀਆਂ ਸੇਵਾਵਾਂ ਨੇ ਉਹ ਇੰਪਾਰਟਿੰਗ ਟ੍ਰੇਨਿੰਗ ਹੈ ਸਾਡੀ, ਅਸੀਂ ਸਿੱਖਣਾ ਹੈ। ਜੇ ਗੁਰੂ ਘਰ ਦੀਆਂ ਸੇਵਾਵਾਂ ਮਨ ਨੂੰ ਇੱਕ ਸਕੂਨ ਦਿੰਦੀਆਂ ਨੇ, ਇੱਕ ਸ਼ਰਧਾ ਦਾ ਰਸ ਦਿੰਦੀਆਂ ਨੇ, ਇੱਕ ਪਿਆਰ ਰਸ ਅੰਦਰ ਜਗਾਉਂਦੀਆਂ ਨੇ, ਇੱਕ ਗੁਰੂ ਦੇ ਨਾਲ ਪ੍ਰੀਤ ਵਧਾਉਂਦੀਆਂ ਨੇ, ਗੁਰੂ ਘਰ ਦੀਆਂ ਸੇਵਾਵਾਂ ਜੇ ਅਸੀਂ ਸਿੱਖ ਲਈਏ ਅੰਦਰ ਨਿਮਰਤਾ ਵਧਾਉਂਦੀਆਂ ਨੇ। ਨਿਮਰਤਾ ਸਿੱਖ ਲੈਂਦੇ ਤਾਂ ਸਤਿਕਾਰ ਦੇਣ ਦੀ ਜੁਗਤ ਆ ਜਾਂਦੀ। ਨਿਮਰਤਾ ਤੇ ਸਤਿਕਾਰ ਹੁੰਦਾ ਤੇ ਆਪਸੀ ਇੱਕ ਸਾਂਝ ਬਣਦੀ। ਅੱਜ ਸਭ ਤੋਂ ਵੱਧ ਰੜਕ ਰਹੀ ਹੈ ਜਦੋਂ ਸਿੱਖ ਦੇ ਗਿੱਟੇ ਖਿੱਚਦਾ ਹੈ, ਜਦੋਂ ਸਿੱਖ ਚੰਗੇ ਕੰਮ ਕਰਨ ਵਾਲੇ ਗੁਰਸਿੱਖਾਂ ਦਾ ਵਿਰੋਧ ਕਰਦਾ ਹੈ, ਉਹਨਾਂ 'ਚੋਂ ਨੁਕਸ ਲੱਭਦਾ ਹੈ, ਛੋਟੇ ਛੋਟੇ ਨੁਕਸ ਉਛਾਲਦਾ ਹੈ। ਵਿਰੋਧ ਕਰਕੇ, ਨਿੰਦਾ ਕਰਕੇ ਇੱਕ ਧੜੇਬੰਦੀਆਂ ਪੈਦਾ ਕਰ ਲਿਆ। ਇਹਦਾ ਮਤਲਬ ਅਸੀਂ ਗੁਰੂ ਵਿਰਸੇ ਨੂੰ ਸਮਝਿਆ ਨਹੀਂ। ਇਹ ਸਮਾਜ ਵਿੱਚ ਨਹੀਂ ਹੋਣਾ ਚਾਹੀਦਾ। ਜੇ ਗਿੱਟੇ ਖਿੱਚਣੇ ਨੇ ਤਾਂ ਜਿਹੜੇ ਲੋਕ ਨਸ਼ੇ ਵੇਚਦੇ ਪਏ ਨੇ, ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਵਿੱਚ ਲਿਜਾ ਰਹੇ ਨੇ, ਉਹਨਾਂ ਦੇ ਲਈ ਉਹਨਾਂ ਨੂੰ ਰੋਕਣ ਦਾ ਕੋਈ ਪ੍ਰਬੰਧ ਕਰੋ ਨਾ, ਕੋਈ ਪਲਾਨ ਬਣਾਓ ਨਾ। ਜਿਹੜੇ ਲੋਕ ਸਾਡੇ ਬੱਚਿਆਂ ਦੀ ਜ਼ਿਹਨੀਅਤ ਦੇ ਵਿੱਚ ਗਾਣਿਆਂ ਦਾ ਰਸ ਭਰ ਦਿੰਦੇ ਨੇ, ਉਹਨੂੰ ਉਤਸ਼ਾਹਿਤ ਕਰਦੇ ਨੇ, ਗਾਣਿਆਂ ਦੇ ਕਲਚਰ ਨੂੰ ਪ੍ਰਮੋਟ ਕਰਦੇ ਨੇ, ਜਿਹੜੇ ਸਾਡੇ ਬੱਚਿਆਂ ਦੇ ਅੰਦਰ ਮੂਵੀਆਂ ਦੇਖਣ ਦਾ ਇੱਕ ਐਸਾ ਰਸ ਭਰ ਦਿੰਦੇ ਨੇ ਕਿ ਬੱਚੇ ਬੱਚੀਆਂ ਮੂਵੀਆਂ ਦੇਖਣ ਤੇ ਗਾਣਿਆਂ ਦੇ ਐਡਿਕਟਡ ਹੋ ਰਹੇ ਨੇ। ਵਿਰੋਧ ਕਰਨਾ ਤਾਂ ਉੱਥੇ ਕਰੋ, ਨੁਕਸ ਉਛਾਲਣੇ ਨੇ ਤਾਂ ਉੱਥੇ ਲੱਭੋ ਨੁਕਸ, ਕਿੱਥੇ ਫਾਲਟ ਹੈ। ਜਿਹੜੇ ਬੱਚੇ ਗਾਣਿਆਂ ਦੇ ਰਸ ਦੇ ਤੇ ਮੂਵੀਆਂ ਦੇ ਰਸ ਦੇ ਐਡਿਕਟਡ ਹੋ ਜਾਂਦੇ ਨੇ, ਉਹਨਾਂ ਨੂੰ ਗੁਰਬਾਣੀ ਦਾ ਪਾਠ ਕਰਨ ਦਾ ਰਸ ਨਹੀਂ ਆਉਂਦਾ। ਉਹਨਾਂ ਨੂੰ ਮੇਰੇ ਗੁਰੂ ਪਿਤਾ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣਨ ਦਾ ਰਸ ਨਹੀਂ ਆਉਂਦਾ। ਉਹ ਇਸ ਅੰਮ੍ਰਿਤ ਰਸ ਤੋਂ ਵਾਂਝੇ ਹੋ ਰਹੇ ਨੇ। ਜਿਹੜੇ ਬੱਚੇ ਗੁਰੂ ਪਾਤਸ਼ਾਹ ਦੇ ਅੰਮ੍ਰਿਤ ਰਸ ਤੋਂ ਵਾਂਝੇ ਹੋ ਰਹੇ ਨੇ, ਜਿਸ ਰਸ ਨੇ ਉਹਨਾਂ ਨੂੰ ਸਹਿਜ ਦੇਣਾ ਸੀ,
ਉਹ ਬੱਚੇ ਚੰਚਲ ਹੋ ਜਾਂਦੇ ਨੇ, ਡਿਸਟਰੈਕਟਡ ਮਾਈਂਡਡ ਹੋ ਜਾਂਦੇ ਨੇ, ਉਹ ਫਿਰ ਜਿੱਦੀ ਹੋ ਜਾਂਦੇ ਨੇ, ਚਿੜਚਿੜੇ ਸੁਭਾਅ ਦੇ ਹੋ ਜਾਂਦੇ ਨੇ, ਇਰੀਟੇਟਡ ਹੋ ਰਹੇ ਨੇ। ਉਹ ਜਿੱਦ ਕਰਕੇ ਮਾਪਿਆਂ ਦੀ ਗੱਲ ਨਹੀਂ ਮੰਨਦੇ, ਆਪਣੀ ਗੱਲ ਜਿੱਦ ਕਰਕੇ ਮਨਾਉਂਦੇ ਨੇ। ਨਾ ਮਾਪੇ ਉਹਨਾਂ ਗੱਲਾਂ ਨੂੰ ਅਬਜ਼ਰਵ ਕਰ ਰਹੇ ਨੇ, ਨਾ ਸਾਡੀਆਂ ਸਿੱਖ ਸੰਸਥਾਵਾਂ ਇਹਨਾਂ ਦੇ ਲਈ ਕੋਈ ਲੌਂਗ ਟਰਮ ਦੀ ਸਟਰੋਂਗ ਪਲਾਨਿੰਗ ਬਣਾ ਰਹੇ ਨੇ, ਅਤੇ ਨਾ ਹੀ ਸਮਾਜ ਸੁਸਾਇਟੀ ਇਹਦੇ ਲਈ ਕੁਛ ਕਰ ਰਹੀ ਹੈ। ਸਾਡੇ ਕੋਲ ਇਸ ਕੀਮਤੀ ਵਿਰਸੇ ਤੋਂ ਸਿੱਖਣਾ ਹੈ। ਅਤੇ ਨਾਲ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦੇ ਸਮੂਹ ਦਰਸ਼ਕਾਂ ਨੂੰ ਇੱਕ ਖੁਸ਼ਖਬਰੀ ਦੇਣੀ ਚਾਹਾਂਗਾ। ਤੁਸੀਂ ਇਸ ਖੁਸ਼ਖਬਰੀ ਨੂੰ ਆਪਣੀ ਫੇਸਬੁੱਕ ਪ੍ਰੋਫਾਈਲ 'ਤੇ, ਇੰਸਟਾਗ੍ਰਾਮ 'ਤੇ, ਫਿਰ ਵਟਸਐਪ ਦੇ ਗਰੁੱਪਾਂ ਵਿੱਚ ਫਾਰਵਰਡ ਕਰੋ। ਅਸੀਂ ਕੈਲਗਰੀ ਦੇ ਵਿੱਚ ਇੱਕ ਐਸਾ ਸਕੂਲ ਜਿਹੜਾ ਆਉਣ ਵਾਲੀ ਪੀੜ੍ਹੀ ਦੇ ਸੋਚ ਅਤੇ ਸੁਭਾਅ ਦੀ ਘਾੜਤ ਘੜ ਸਕਦਾ ਹੈ, ਉਹ ਅਸੀਂ ਸਕੂਲ ਬਹੁਤ ਛੇਤੀ ਸ਼ੁਰੂ ਕਰ ਰਹੇ ਹਾਂ। ਉਸ ਵਿੱਚ ਆਫਟਰ ਸਕੂਲ ਤੋਂ ਬਾਅਦ 3 ਘੰਟਿਆਂ ਦੀਆਂ ਕਲਾਸਿਸ ਹੋਣਗੀਆਂ। ਉਹਨਾਂ 3 ਘੰਟਿਆਂ ਵਿੱਚ ਉਹਨਾਂ ਨੂੰ ਪਹਿਲਾਂ ਪੌਣਾ ਘੰਟਾ ਹੋਮਵਰਕ ਕਰਵਾਇਆ ਜਾਏਗਾ, ਫਿਰ ਉਹਨਾਂ ਨੂੰ 15-20 ਮਿੰਟ ਸਿਮਰਨ ਕਰਵਾਇਆ ਜਾਏਗਾ ਡੇਲੀ, ਰੋਜ਼ਾਨਾ। ਫਿਰ ਉਹਨਾਂ ਨੂੰ ਥੋੜ੍ਹੀ ਜਿਹੀ 20 ਮਿੰਟ ਦੀ ਵਾਰਮ ਅਪ, ਸਰੀਰ ਨੂੰ ਸਟਰੈਚ ਕਰਨ ਵਾਸਤੇ ਸੌਫਟ ਐਕਸਰਸਾਈਜ਼ ਕਰਾਈ ਜਾਏਗੀ। ਰੋਜ਼ਾਨਾ ਗੁਰੂ ਪਾਤਸ਼ਾਹ ਦਾ ਇਤਿਹਾਸ, ਗੁਰੂ ਕੇ ਸ਼ਹੀਦਾਂ ਦਾ ਖੂਨ, ਸ਼ਹੀਦਾਂ ਦਾ ਇਤਿਹਾਸ, ਗੁਰੂ ਕੇ ਪਿਆਰੇ ਸੱਚਿਆਰਾਂ ਦਾ ਇਤਿਹਾਸ ਪੜ੍ਹਾਇਆ ਜਾਏਗਾ। ਫਿਰ ਉਹਨਾਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਸਿਖਾਈਆਂ ਜਾਣਗੀਆਂ। ਅਖੀਰਲੇ 20 ਮਿੰਟ 'ਤੇ ਰੋਜ਼ਾਨਾ ਉਹਨਾਂ ਨੂੰ ਫੈਮਿਲੀ ਮੈਨਰਸ ਸਿਖਾਏ ਜਾਣਗੇ। ਉਹ ਬੱਚਿਆਂ ਦੇ ਆਗਿਆਕਾਰੀ ਕਿਵੇਂ ਮਾਪਿਆਂ ਦੇ ਆਗਿਆਕਾਰੀ ਕਿਵੇਂ ਬਣਨ, ਉਹ ਘਰ ਦੇ ਵਿੱਚ ਇੱਕ ਦੂਸਰੇ ਦੀ ਕਿਵੇਂ ਹੈਲਪ ਕਰਨ, ਵੱਡੇ ਹੋ ਕੇ ਉਹ ਆਦਰਸ਼ ਨਾਗਰਿਕ, ਇੱਕ ਆਈਡੀਅਲ ਗੁਰਸਿੱਖ ਅਤੇ ਦੂਸਰਿਆਂ ਦੇ ਲਈ ਰਾਹ ਦਸੇਰੇ ਆਈਕੋਨਸ ਕਿਵੇਂ ਬਣਨ। ਆਓ ਆਉਣ ਵਾਲੀ ਪੀੜ੍ਹੀ ਦੇ ਸੋਚ ਸੁਭਾਅ ਨੂੰ ਘੜੀਏ, ਭਵਿੱਖ ਆਪੇ ਘੜਿਆ ਜਾਏਗਾ। ਤੁਸੀਂ ਇਹ ਇਨਫੋਰਮੇਸ਼ਨ ਵਟਸਐਪ ਗਰੁੱਪਸ ਦੇ ਉੱਪਰ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਵਟਸਐਪ ਰਾਹੀਂ ਭੇਜ ਦਿਓ ਘਰ ਵਿੱਚ। ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਪਰ ਇਸ ਕਲਿੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇੰਸਟਾਗ੍ਰਾਮ 'ਤੇ ਸ਼ੇਅਰ ਕਰੋ, ਤਾਂ ਕਿ ਕਲੈਕਟਿਵ ਕੌਨਸ਼ੀਅਸਨੈਸ ਜਗਾਈ ਜਾਵੇ। ਅਗਲੇ ਸੈਗਮੈਂਟ ਵਿੱਚ ਬ੍ਰੇਕ ਤੋਂ ਬਾਅਦ ਆਪਾਂ ਵਿਚਾਰਾਂਗੇ ਕਿ ਗੁਰੂ ਘਰ ਦੀਆਂ ਸੇਵਾਵਾਂ ਰਾਹੀਂ ਅਸੀਂ ਆਉਣ ਵਾਲੀ ਪੀੜ੍ਹੀ ਦੇ ਸੋਚ ਸੁਭਾਅ ਨੂੰ ਕਿਵੇਂ ਕਰ ਸਕਦੇ ਹਾਂ। ਕਿਆ ਬਾਤ ਹੈ ਜੀ। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466।
ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਟਾਂ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ। ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 403 470 2260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਸ਼ੁਕਰ ਦਾਤੇ ਦਾ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਬ੍ਰੇਕ ਤੋਂ ਪਹਿਲਾਂ ਆਪਾਂ ਵਿਚਾਰ ਰਹੇ ਸੀ ਗੁਰੂ ਘਰ ਦੇ ਵਿੱਚ ਸੇਵਾਵਾਂ ਨੇ, ਸਾਡੇ ਘਰ ਦੇ ਵਿੱਚ ਕੁਝ ਲੋੜਾਂ ਨੇ। ਸ਼ਾਇਦ ਸਾਡੇ 'ਚੋਂ ਕੋਈ ਵਿਰਲਾ ਹੋਏਗਾ ਜਿਹਨੇ ਇਸ ਨੂੰ ਰਿਲੇਟ ਕਰਕੇ ਦੇਖਿਆ ਹੋਏਗਾ। ਜੇ ਗੁਰੂ ਘਰ ਦੇ ਵਿੱਚ ਲੰਗਰ ਬਣਾਉਣ ਦੀ ਸੇਵਾ ਬੜੀ ਪਵਿੱਤਰ ਮੰਨੀ ਹੈ ਤੇ ਕਿਚਨ ਸਾਡੇ ਘਰ ਵਿੱਚ ਵੀ ਹੈ। ਸਾਡੇ ਘਰ ਵਿੱਚ ਧੀਆਂ, ਸਾਡੀਆਂ ਬੇਟੀਆਂ, ਟੀਨਏਜਰਸ ਦੇ ਵਿੱਚ ਸਾਰਾ ਦਿਨ ਬਿਨਾਂ ਮਿਸ਼ਨ ਤੋਂ, ਬਿਨਾਂ ਵਿਜ਼ਨ ਤੋਂ ਕਦੀ ਇਲੈਕਟ੍ਰੋਨਿਕ ਡਿਵਾਈਸਿਸ ਵਰਤ ਲਈਆਂ, ਕਦੀ ਇੱਧਰ ਉੱਧਰ ਟਾਈਮ ਵੇਸਟ ਕਰ ਲਿਆ। ਸੋਚਿਓ ਜਰਾ, ਜੇ ਅਸੀਂ ਉਸ ਸੇਵਾ ਨੂੰ ਇਸ ਤਰੀਕੇ ਨਾਲ ਮੋਡੀਫਾਈ ਕਰ ਲਈਏ ਕਿ ਸਾਡੀ ਹਰ ਧੀ, ਮੈਂ ਤੇ ਕਹਾਂਗਾ ਬੇਟਾ ਵੀ, ਉੱਥੋਂ ਲੰਗਰ ਬਣਾਉਣਾ ਸਿੱਖ ਜਾਵੇ, ਘਰ ਦੇ ਵਿੱਚ ਕਿਚਨ ਦਾ ਕੰਮ ਵੀ ਸਿੱਖ ਜਾਵੇ। ਮੈਂ ਇੱਕ ਥੋੜ੍ਹਾ ਜਿਹਾ ਹਲੂਣਾ ਦੇਣ ਵਾਸਤੇ ਇੱਕ ਛੋਟਾ ਜਿਹਾ ਨੁਕਤਾ ਤੁਹਾਡੇ ਧਿਆਨ ਵਿੱਚ ਲਿਆ ਦਿਆਂ। ਕੈਨੇਡਾ ਦੇ ਵਿੱਚ ਜਿਹੜੇ ਸਾਡੇ ਸਕੂਲ ਨੇ, ਜਦੋਂ ਕਿਸੇ ਬੱਚੇ ਦੇ ਕਿਸੇ ਵੀ ਕਾਰਨ ਉਹਦੇ ਕ੍ਰੈਡਿਟਸ ਜਿਹੜੇ ਨੇ ਘਟ ਜਾਂਦੇ ਨੇ, ਉਹ ਕ੍ਰੈਡਿਟਸ ਪੂਰੇ ਕਰਨ ਵਾਸਤੇ ਉਹਨੂੰ ਐਕਸਟਰਾ ਕਲਾਸਿਸ ਲੈਣੀਆਂ ਪੈਂਦੀਆਂ ਨੇ। ਤੇ ਕੈਨੇਡਾ ਦੇ ਸਕੂਲਾਂ ਵਿੱਚ ਐਕਸਟਰਾ ਕਲਾਸਿਸ ਦੇ ਵਿੱਚ ਇੱਕ ਕਲਾਸ ਕੁਕਿੰਗ ਦੀ ਵੀ ਹੈ। ਮੈਂ ਹੈਰਾਨ ਹੁੰਦਾ, ਉਹ ਸਕੂਲ ਟਾਈਮ ਤੋਂ ਪਹਿਲਾਂ ਕਲਾਸਾਂ ਲਾ ਕੇ ਉਹ ਬੱਚੇ ਨੂੰ ਕ੍ਰੈਡਿਟਸ ਉਸ ਦੇ ਪੂਰੇ ਕਰਾਉਂਦੇ ਨੇ। ਉਹਦੇ 'ਚ ਮੁੰਡੇ ਵੀ ਸਿੱਖਦੇ ਨੇ ਔਰ ਬੜਾ ਉਹਨੂੰ ਅਕੈਡਮਿਕ ਸਿਖਾਇਆ ਜਾਂਦਾ ਹੈ, ਹੀਟ ਕਿੰਨੀ ਹੋਣੀ ਚਾਹੀਦੀ ਹੈ, ਜੇ ਸਫਾਈ ਕਰਨੀ ਹੈ ਤਾਂ ਕਿਸ ਤਰੀਕੇ ਨਾਲ ਕਰਨੀ ਹੈ, ਕਿੱਦਾਂ ਖਾਣਾ ਬਣਾ ਕੇ ਬਾਅਦ ਵਿੱਚ ਸਾਰਾ ਕੁਝ ਕਲੀਨ ਅਪ ਕਰਨਾ ਹੈ। ਕੀ ਅਸੀਂ ਇਹ ਗੁਰੂ ਘਰਾਂ ਦੇ ਵਿੱਚ ਚੱਲ ਰਹੀ ਲੰਗਰ ਬਣਾਉਣ ਦੀ ਸੇਵਾ ਨੂੰ ਇਸ ਤਰੀਕੇ ਦੇ ਨਾਲ ਮੋਡੀਫਾਈ ਕਰ ਸਕਦੇ ਹਾਂ? ਸੱਚ ਜਾਣਿਓ, ਜਿਸ ਦਿਨ ਸਿੱਖਣ ਦੀ ਬਿਰਤੀ ਪੈਦਾ ਹੋ ਗਈ ਨਾ, ਤੇ ਗੁਰੂ ਘਰ ਦੀਆਂ ਗੁਰੂ ਘਰ ਦੀਆਂ ਸੇਵਾਵਾਂ ਬਹੁਤ ਕੁਝ ਸਿਖਾਉਣਗੀਆਂ। ਕਿ ਸਾਡੀਆਂ ਬੱਚੀਆਂ ਨੂੰ 8ਵੀਂ ਕਲਾਸ ਤੱਕ ਕਿਚਨ ਦਾ ਕੰਮ ਨਹੀਂ ਆ ਜਾਣਾ ਚਾਹੀਦਾ? ਕੀ ਸਾਡੀਆਂ ਬੱਚੀਆਂ ਦੇ ਅੰਦਰ ਇਹ ਭਾਵਨਾ ਨਹੀਂ ਆ ਜਾਣੀ ਚਾਹੀਦੀ ਕਿ ਮੈਂ ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ ਲੰਗਰ ਬਣਾ ਕੇ ਛਕਾਵਾਂ? ਕਿ ਸਾਡੇ ਬੱਚਿਆਂ ਦੇ ਅੰਦਰ ਇਹ ਭਾਵਨਾ ਨਹੀਂ ਭਰਨੀ ਚਾਹੀਦੀ ਕਿ ਜੇ ਗੁਰੂ ਘਰ ਦੇ ਵਿੱਚ ਗੁਰੂ ਦਾ ਲੰਗਰ ਹੈ, ਸਾਡੇ ਘਰ ਦੀ ਰਸੋਈ ਵੀ ਗੁਰੂ ਦਾ ਲੰਗਰ ਹੈ? ਮੈਨੂੰ ਯਾਦ ਹੈ, ਉਦੋਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਹੁੰਦੀ, ਜਦੋਂ ਮੇਰੀ ਮਾਂ ਮੈਨੂੰ ਛੋਟੇ ਹੁੰਦੇ ਨੂੰ ਕਹਿੰਦੀ ਹੁੰਦੀ ਸੀ, ਪੁੱਤ ਰਸੋਈ ਨਹੀਂ ਕਹੀਦਾ, ਕਿਚਨ ਨਹੀਂ ਕਹੀਦਾ, ਇਹਨੂੰ ਗੁਰੂ ਕਾ ਲੰਗਰ ਕਹੀਦਾ। ਮਾਂ ਜੀ ਨੇ ਕਹਿਣਾ, ਪੁੱਤ ਰੋਟੀ ਨਹੀਂ ਕਹੀਦਾ, ਪ੍ਰਸ਼ਾਦਾ ਕਹੀਦਾ ਹੁੰਦਾ ਹੈ। ਪੁੱਤ ਦਾਲ ਨਾ ਕਿਹਾ ਕਰ, ਦਾਲਾਂ ਕਿਹਾ ਕਰ।
ਸਾਡੇ ਅੰਦਰ ਇੱਕ ਭਾਵਨਾ, ਜੇ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਇਹ ਸਿੱਖਣ ਦਾ ਯਤਨ ਕਰੀਏ, ਇੱਕੋ ਹੀ ਪੰਕਤੀ ਸਿਖਾ ਰਹੀ ਹੈ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹਿ ਤਿਸ ਠਾਕੁਰ ਕੋ ਰਖ ਮਨ ਮਾਹਿ। ਰੱਬ ਦਾ ਦਿੱਤਾ ਹੋਇਆ ਭੋਜਨ ਹੈ। ਗੁਰੂ ਘਰ ਦੇ ਲੰਗਰ ਬਣਾਉਣ ਵੇਲੇ ਇਹ ਭਾਵਨਾ ਹੋਵੇ ਕਿ ਇਹ ਮੇਰੇ ਦਾਤੇ ਦਾ ਦਿੱਤਾ ਹੋਇਆ ਹੈ। ਲੰਗਰ ਵਰਤਾਉਣ ਵੇਲੇ, ਲੰਗਰ ਛਕਣ ਵੇਲੇ ਇਹ ਭਾਵਨਾ ਹੋਵੇ ਦਾਤੇ ਦਾ ਦਿੱਤਾ ਹੋਇਆ ਹੈ। ਇਹ ਭਾਵਨਾ ਭਰਨ ਵਾਸਤੇ ਗੁਰੂ ਕੇ ਲੰਗਰ ਨੂੰ ਤੇ ਗੁਰੂ ਕੀ ਕੜਾਹ ਪ੍ਰਸ਼ਾਦ ਨੂੰ ਦੇਗ ਕਿਹਾ ਜਾਂਦਾ ਹੈ। ਇਹਨਾਂ ਦੋਨਾਂ ਨੂੰ ਪ੍ਰਸ਼ਾਦ ਕਿਹਾ ਜਾਂਦਾ ਹੈ, ਕਿਰਪਾ ਬਖਸ਼ਿਸ਼ ਕਿਹਾ ਜਾਂਦਾ ਹੈ। ਜੇ ਅਸੀਂ ਗੁਰੂ ਘਰ ਦੇ ਵਿੱਚ ਲੰਗਰ ਬਣਾਉਣ ਦੀਆਂ ਸੇਵਾਵਾਂ ਵਿੱਚੋਂ ਸਾਡੀ ਆਉਣ ਵਾਲੀ ਪੀੜ੍ਹੀ, ਬੱਚੇ ਬੱਚੀਆਂ ਦੇ ਅੰਦਰ ਇਹ ਭਾਵਨਾ ਭਰਨ ਵਿੱਚ ਕਾਮਯਾਬ ਹੋ ਜਾਈਏ, ਘਰ ਦੇ ਵਿੱਚ ਰਸੋਈ ਨਹੀਂ ਹੈ, ਉਹ ਗੁਰੂ ਕਾ ਲੰਗਰ ਹੈ, ਉਹ ਦਾਤੇ ਦੀ ਦਿੱਤੀ ਹੋਈ ਦਾਤ ਹੈ। ਉਸ ਰਸੋਈ ਦੇ ਵਿੱਚ ਬਣ ਰਹੇ ਭੋਜਨ ਵਿੱਚ ਰਸ ਨਹੀਂ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਾ ਅੰਮ੍ਰਿਤ ਰਸ ਹੈ। ਸਾਡੀ ਹਰ ਧੀ ਦੇ ਅੰਦਰ, ਸਾਡੀ ਹਰ ਬੱਚੀ ਦੇ ਅੰਦਰ ਇਹ ਚਾਉ ਜਾਗ ਪਵੇਗਾ, ਮੈਂ ਗੁਰੂ ਘਰ ਦੇ ਵਿੱਚੋਂ ਲੰਗਰ ਬਣਾਉਣ ਦੀ ਸੇਵਾ ਵਿੱਚੋਂ ਸਿੱਖਾਂ। ਮੈਂ ਆਪਣੇ ਘਰ ਵਿੱਚ ਦਾਦਾ ਦਾਦੀ, ਨਾਨਾ ਨਾਨੀ, ਮਾਤਾ ਪਿਤਾ ਨੂੰ ਲੰਗਰ ਛਕਾ ਕੇ ਉਹਨਾਂ ਦੀਆਂ ਅਸੀਸਾਂ ਲਵਾਂ। ਗੁਰੂ ਘਰ ਵਿੱਚ ਸੰਗਤ ਦੀਆਂ ਅਸੀਸਾਂ, ਘਰ ਵਿੱਚ ਮਾਪਿਆਂ ਦੀਆਂ, ਬਜ਼ੁਰਗਾਂ ਦੀਆਂ ਅਸੀਸਾਂ। ਦੇਖਿਓ ਤੁਸੀਂ, ਕਮਾਲ ਹੀ ਹੋ ਸਕਦੀ ਹੈ। ਸਾਡੇ ਬੱਚਿਆਂ ਦੇ ਸੋਚ ਸੁਭਾਅ ਕੱਢਣ ਦੀ ਲੋੜ ਹੈ। ਜੇ ਇੱਕ ਬੱਚਾ ਕੈਨੇਡਾ ਦੇ ਸਕੂਲਾਂ ਵਿੱਚ ਆਪਣੇ ਘਟ ਰਹੇ ਕ੍ਰੈਡਿਟਸ ਨੂੰ ਪੂਰਾ ਕਰਨ ਵਾਸਤੇ ਉੱਥੇ ਕੁਕਿੰਗ ਦੀਆਂ ਕਲਾਸਾਂ ਲਾ ਸਕਦਾ ਹੈ, ਤੇ ਸਾਡੇ ਬੱਚੇ ਵੀ ਉਡੀਕਣਗੇ ਮੇਰੀ ਵਾਰੀ ਕਦੋਂ ਆਏਗੀ, ਗੁਰੂ ਘਰ ਦੇ ਲੰਗਰ ਵਿੱਚੋਂ ਮੈਂ ਵੀ ਸਿੱਖਾਂ, ਆਪਣੇ ਘਰ ਵਿੱਚ ਮਾਪਿਆਂ ਦੀਆਂ ਅਸੀਸਾਂ ਕਿਵੇਂ ਲਵਾਂ, ਤੇ ਗੁਰੂ ਦੀ ਬਖਸ਼ਿਸ਼ ਵਾਲਾ ਅੰਮ੍ਰਿਤ ਰਸ ਇਸ ਲੰਗਰ ਦੇ ਵਿੱਚੋਂ ਮੈਂ ਕਿਵੇਂ ਆਪਣੇ ਅੰਦਰ ਮਾਣਾ। ਦੂਸਰੀ ਸੇਵਾ ਹੈ ਵਰਤਾਉਣ ਦੀ। ਜਦੋਂ ਵਰਤਾਇਆ ਜਾਂਦਾ ਲੰਗਰ, ਸਿਰਫ ਇਹ ਸੋਚ ਕੇ ਮੈਂ ਜਿਹਨੂੰ ਲੰਗਰ ਵਰਤਾ ਰਿਹਾ, ਸਾਰਿਆਂ ਦੇ ਅੰਦਰ ਰੱਬ ਦੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤੇ ਸਦਾ ਚਾਨਣ, ਸਭ ਮਹਿ ਚਾਨਣ ਹੋਏ। ਮੈਂ ਤਾਂ ਰੱਬ ਨੂੰ ਛਕਾ ਰਿਹਾ, ਮੈਂ ਤਾਂ ਰੱਬ ਦੇ ਬੰਦਿਆਂ ਨੂੰ ਛਕਾ ਰਿਹਾ। ਜੇ ਉੱਥੇ ਇਹ ਭਾਵਨਾ ਬਣ ਸਕਦੀ ਹੈ, ਸਾਡੇ ਘਰਾਂ ਵਿੱਚ ਡਾਈਨਿੰਗ ਟੇਬਲ ਹੈ, ਡਾਈਨਿੰਗ ਟੇਬਲ 'ਤੇ ਮਾਤਾ ਪਿਤਾ ਬੈਠਣ ਤੇ ਬੱਚੇ ਵਰਤਾਉਣ ਦੀ ਸੇਵਾ ਕਰਨ, ਮਾਪਿਆਂ ਦੀ ਅਸੀਸ ਲੈਣ ਵਾਸਤੇ, ਉਲਟਾ ਹੋ ਰਿਹਾ ਹੈ। ਬੱਚੇ ਡਾਈਨਿੰਗ ਟੇਬਲ 'ਤੇ ਆਰਡਰ ਕਰਦੇ ਨੇ, ਮਾਂ ਮੈਨੂੰ ਆਹ ਦੇ ਦੇ, ਮਾਂ ਮੈਨੂੰ ਆਹ ਦੇ ਦੇ। ਮਾਂ ਵਿਚਾਰੀ ਤਿਆਰ ਕਰਦੀ, ਉਹ ਇੱਕ ਇੱਕ ਚੀਜ਼ ਪਿੱਛੇ ਗੇੜਾ ਲਵਾਈ ਜਾਂਦੇ ਨੇ। ਤੁਹਾਡਾ ਸਾਡੇ ਅੰਦਰ ਸਿੱਖਣ ਦੀ ਬਿਰਤੀ ਨਾ ਹੋਣ ਕਰਕੇ ਸਿਖਾਉਣ ਦੀ ਬਿਰਤੀ ਵੀ ਕਮਜ਼ੋਰ ਹੋ ਗਈ। ਕਿੰਨੀ ਕਮਾਲ ਦੀ ਬਾਤ ਹੈ। ਬੱਚੇ ਦੇ ਅੰਦਰ ਵਰਤਾਉਣ ਦੀ ਸੇਵਾ ਹੋਵੇ। ਘਰ ਵਿੱਚ ਕੋਈ ਮਹਿਮਾਨ ਆਇਆ ਹੈ, ਬਿਨਾਂ ਪੁੱਛੇ ਬਿਨਾਂ ਕਹੇ ਬੱਚਾ ਪਾਣੀ ਦਾ ਗਲਾਸ ਲੈ ਕੇ ਮਹਿਮਾਨ ਨੂੰ ਫੜਾਉਂਦਾ ਹੈ। ਮਹਿਮਾਨ ਹੈਰਾਨ ਰਹਿ ਜਾਏਗਾ ਕਿ ਇਹਦੇ ਮਾਪਿਆਂ ਨੇ ਬੱਚੇ ਨੂੰ ਕਿੰਨੇ ਕਮਾਲ ਦੇ ਸੰਸਕਾਰ ਦਿੱਤੇ ਨੇ। ਜੇ ਅਸੀਂ ਗੁਰੂ ਘਰ ਦੀਆਂ ਸੇਵਾਵਾਂ ਵਿੱਚੋਂ ਸਿਖਾਈਏ ਤੇ ਸੱਚ ਜਾਣਿਓ, ਦੁਨੀਆ ਹੈਰਾਨ ਹੋ ਜਾਏਗੀ। ਇਹਨਾਂ ਦੇ ਕੋਲ ਧਾਰਮਿਕ ਸਟਰਕਚਰ ਕਿੰਨਾ ਕਮਾਲ ਦਾ ਹੈ। ਇਹ ਧਾਰਮਿਕ ਸਟਰਕਚਰ ਵਿੱਚੋਂ ਉਹ ਸੰਸਕਾਰ ਦਿੰਦੇ ਨੇ ਜਿਹਦੇ ਨਾਲ ਘਰ ਧਰਮਸ਼ਾਲਾ ਬਣ ਰਿਹਾ ਹੈ। ਤੀਸਰੀ ਸੇਵਾ ਹੈ ਬਰਤਨ ਧੋਣ ਦੀ ਸੇਵਾ, ਜਿਹਨੂੰ ਬਰਤਨ ਮਾਂਜਣ ਦੀ ਸੇਵਾ ਕਹਿ ਦਿੰਦੇ ਆ। ਸਾਡੇ ਘਰਾਂ ਵਿੱਚ ਵੀ ਬਰਤਨ ਧੋਣ ਦੀ ਲੋੜ ਪੈਂਦੀ ਹੈ, ਬਰਤਨ ਮਾਂਜਣ ਦੀ ਲੋੜ ਪੈਂਦੀ ਹੈ। ਸਾਡੇ ਘਰਾਂ ਵਿੱਚ ਵੀ ਡਾਈਨਿੰਗ ਟੇਬਲ ਦੇ ਉੱਪਰ ਛਕਿਆ ਜਾਂਦਾ ਹੈ, ਬਰਤਨ ਜੂਠੇ ਹੁੰਦੇ ਨੇ, ਬੱਚਾ ਚੁੱਕਣ ਨੂੰ ਤਿਆਰ ਨਹੀਂ। ਸਾਡੇ ਘਰਾਂ ਵਿੱਚ ਵੀ ਸ਼ਿੰਕ ਭਰੀ ਰਹਿੰਦੀ ਹੈ ਬਰਤਨਾਂ ਦੇ ਨਾਲ, ਬੱਚੇ ਉਸ ਜੂਠੇ ਬਰਤਨ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ। ਮਾਂ ਜਿਵੇਂ ਨੌਕਰਾਨੀ ਰੱਖੀ ਆ, 8-8 ਘੰਟੇ ਕੰਮ ਕਰਕੇ ਆਉਂਦੀ ਹੈ, ਉਹਨੇ ਘਰ ਦਾ ਕੰਮ ਵੀ ਸੰਭਾਲਣਾ, ਬੱਚਿਆਂ ਦਾ ਧਿਆਨ ਵੀ ਰੱਖਣਾ, ਤੇ ਬਰਤਨ ਵੀ ਉਸੇ ਨੇ ਮਾਂਜਣੇ। ਕੀ ਸਿਖਾਇਆ ਸੀ, ਕੀ ਸਿੱਖਿਆ ਸੀ ਉੱਥੋਂ? ਕਾਸ਼ ਕਦੀ ਬਰਤਨ ਧੋਣ ਦੀ ਸੇਵਾ ਦੇ ਵਿੱਚੋਂ ਅਸੀਂ ਬੱਚਿਆਂ ਨੂੰ ਮੌਕਾ ਦੇ ਕੇ ਸਿਖਾਉਂਦੇ, ਪੁੱਤਰਾ ਇਹ ਇੱਥੇ ਸੇਵਾ ਇਸ ਲਈ ਕਰਨੀ ਹੈ ਤਾਂ ਕਿ ਘਰ ਵਿੱਚ ਤੂੰ ਮਾਪਿਆਂ ਦੇ ਬਰਤਨ ਧੋਣ ਦੀ ਸੇਵਾ ਕਰਕੇ ਮਾਪਿਆਂ ਦੀ ਅਸੀਸ ਲੈ ਸਕੇ। ਇੱਥੇ ਸੰਗਤ ਦੀ ਅਸੀਸ, ਘਰ ਵਿੱਚ ਮਾਪਿਆਂ ਦੀ ਅਸੀਸ।
ਸੱਚ ਜਾਣਿਓ, ਸਾਡੀ ਮਿਸ਼ਨ ਸਟੇਟਮੈਂਟ, ਸਾਡਾ ਵਿਜ਼ਨ ਪੂਰਾ ਹੋ ਜਾਏਗਾ। ਆਓ ਆਉਣ ਵਾਲੀ ਪੀੜ੍ਹੀ ਦੇ ਸੋਚ ਤੇ ਸੁਭਾਅ ਨੂੰ ਘੜੀਏ, ਭਵਿੱਖ ਆਪੇ ਘੜਿਆ ਜਾਏਗਾ। ਇਹ 3 ਸੇਵਾਵਾਂ ਕਿੰਨਾ ਕੁਝ ਬਦਲ ਸਕਦੀਆਂ ਨੇ। ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਜੇ ਤੁਹਾਨੂੰ ਇਹ ਵਿਚਾਰ ਚੰਗੇ ਲੱਗਦੇ ਨੇ ਤਾਂ YouTube ਦੇ ਉੱਪਰ ਸ਼ੇਅਰ ਦਾ ਜਿਹੜਾ ਬਟਨ ਹੈ, ਉਸ ਬਟਨ ਨੂੰ ਦਬਾ ਕੇ ਇਹਨੂੰ ਫੇਸਬੁੱਕ ਪ੍ਰੋਫਾਈਲ ਤੇ ਸਾਡਾ ਹਰ ਗੁਰਗਿਆਨ ਦਾ ਨਗਾਰਾ ਸ਼ੋਅ ਦਾ ਹਰ ਐਪੀਸੋਡ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਉੱਪਰ ਸ਼ੇਅਰ ਕਰੋ, ਇੰਸਟਾਗ੍ਰਾਮ ਤੇ ਸ਼ੇਅਰ ਕਰੋ, ਤੁਸੀਂ ਟਵਿੱਟਰ ਤੇ ਸ਼ੇਅਰ ਕਰੋ, WhatsApp ਰਾਹੀਂ ਹਰ ਰਿਸ਼ਤੇਦਾਰ, ਮਿੱਤਰ, ਦੋਸਤ ਨੂੰ ਭੇਜ ਦਿਓ, ਹਰ WhatsApp ਗਰੁੱਪ ਵਿੱਚ ਭੇਜ ਦਿਓ। ਹਰ ਇੱਕ ਨੂੰ ਕਹੋ ਕਿ ਗੁਰਗਿਆਨ TV ਸਬਸਕ੍ਰਾਈਬ ਕਰੇ ਤੇ ਇਹ ਸ਼ੋਅ ਜ਼ਰੂਰ ਦੇਖੇ। ਇਹ ਗੁਰਗਿਆਨ ਦਾ ਨਗਾਰਾ ਸ਼ੋਅ ਸਾਡੇ ਘਰਾਂ ਦਾ ਮਾਹੌਲ ਬਦਲੇਗਾ, ਸਾਡੇ ਬੱਚਿਆਂ ਦੀ ਪੀੜ੍ਹੀ ਦੇ ਸੋਚ ਸੁਭਾਅ ਨੂੰ ਘੜੇਗਾ। ਇਹ ਪੀੜ੍ਹੀ ਦਰ ਪੀੜ੍ਹੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਸ਼ੋਅ ਗੁਰ ਦੇ ਗਿਆਨ ਦਾ, ਮੇਰੇ ਗੁਰੂ ਪਾਤਸ਼ਾਹ ਦੇ ਗੁਰਗਿਆਨ ਦਾ ਨਗਾਰਾ ਵਜਾਉਂਦਾ ਰਹੇਗਾ। ਅਸੀਂ, ਸਾਡੀ ਟੀਮ ਸਮੇਂ ਤੇ ਰਹੇ ਨਾ ਰਹੇ, ਇਹ ਸਰਵਰ ਸਿਸਟਮ ਦੇ ਉੱਪਰ ਇਹ ਐਪੀਸੋਡ ਰਹਿਣਗੇ। ਜੇ ਗੁਰੂ ਘਰ ਦੇ ਵਿੱਚ ਲੰਗਰ ਦੀਆਂ ਸੇਵਾਵਾਂ ਸਾਡੇ ਘਰ ਦੇ ਵਿੱਚ ਮਾਹੌਲ ਬਦਲ ਸਕਦੀਆਂ ਨੇ, ਸਾਡੇ ਬੱਚਿਆਂ ਦੀ ਸੋਚ ਸੁਭਾਅ ਨੂੰ ਬਦਲ ਸਕਦੀਆਂ ਨੇ, ਫਿਰ ਅਸੀਂ ਸਿੱਖਣ ਤੇ ਸਿਖਾਉਣ ਦੀ ਪ੍ਰਵਿਰਤੀ ਨੂੰ ਫਸਟ ਪ੍ਰੈਫਰੈਂਸ ਦਈਏ। ਉਸ ਤੋਂ ਬਾਅਦ ਸੇਵਾ ਹੈ ਜੋੜਾ ਘਰ ਦੀ, ਸੇਵਾ ਹੈ ਗੁਰੂ ਘਰ ਦੇ ਵਿੱਚ ਚਾਦਰਾਂ ਵਿਛਾਉਣ ਦੀ, ਵਾਕਿਊਮ ਲਾਉਣ ਦੀ, ਸਫਾਈ ਕਰਨ ਦੀ। ਇਹਨਾਂ ਸੇਵਾਵਾਂ ਦੇ ਵਿੱਚੋਂ ਵੀ ਸਾਡੇ ਬੱਚਿਆਂ ਦੀ ਸੋਚ ਤੇ ਸੁਭਾਅ ਨੂੰ ਘੜਿਆ ਜਾ ਸਕਦਾ ਹੈ। ਇਹਨਾਂ ਸੇਵਾਵਾਂ ਰਾਹੀਂ ਉਹਨਾਂ ਦੀ ਸੋਚ ਸੁਭਾਅ ਨੂੰ ਘੜਾਂਗੇ, ਸਾਡੇ ਘਰ ਦਾ ਮਾਹੌਲ ਸੰਵਾਰਿਆ ਜਾਏਗਾ, ਸ਼ਿੰਗਾਰਿਆ ਜਾਏਗਾ, ਘਰ ਇੱਕ ਧਰਮਸ਼ਾਲਾ ਵਰਗਾ ਬਣੇਗਾ। ਜੋੜਾ ਘਰ ਦੀ ਸੇਵਾ, ਚਾਦਰਾਂ ਵਿਛਾਉਣ ਝਾੜਨ ਦੀ ਸੇਵਾ, ਵਾਕਿਊਮ ਦੀ ਸੇਵਾ, ਇਸ ਵਿੱਚੋਂ ਸਿੱਖ ਕੇ ਕਿਵੇਂ ਸੋਚ ਸੁਭਾਅ ਨੂੰ ਘੜਨਾ ਹੈ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਵਿੱਚ ਹਾਜ਼ਰ ਹੋਵਾਂਗਾ। Wow, that was really amazing. ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਾਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਸੈਸਕਟੂਨ ਜਾਂ ਰਜੀਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। JYT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ।
ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਸ਼ੁਕਰ ਦਾਤੇ ਦਾ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਅੱਜ ਆਪਾਂ ਬਹੁਤ ਹੀ ਕੀਮਤੀ ਸਬਜੈਕਟ ਵਿਚਾਰ ਰਹੇ ਹਾਂ। ਗੁਰੂ ਘਰ ਵਿੱਚ ਚੱਲ ਰਹੀਆਂ ਸੇਵਾਵਾਂ ਵਿੱਚੋਂ ਸਾਡੀ ਆਉਣ ਵਾਲੀ ਪੀੜ੍ਹੀ, ਸਾਡੇ ਬੱਚੇ, ਟੀਨੇਜਰਸ ਦਾ ਕਿਵੇਂ ਸੁਭਾਅ ਕਰ ਸਕਦੇ ਆ, ਉਹਨਾਂ ਦੀ ਸੋਚ ਕਿਵੇਂ ਕਰ ਸਕਦੇ ਆ, ਸਾਡੇ ਘਰਾਂ ਦਾ ਮਾਹੌਲ ਕਿਵੇਂ ਇੱਕ ਖੁਸ਼ਗਵਾਰ, ਖੁਸ਼ੀਆਂ ਵਾਲਾ, ਆਨੰਦ ਰਸ ਵਾਲਾ, ਧਰਮਸ਼ਾਲਾ ਵਰਗਾ ਬਣ ਸਕਦਾ ਹੈ। ਤਾਂ ਬ੍ਰੇਕ ਤੋਂ ਪਹਿਲਾਂ ਆਪਾਂ ਜ਼ਿਕਰ ਕਰ ਰਹੇ ਸੀ ਜੋੜਾ ਘਰ ਦੀ ਸੇਵਾ। ਗੁਰੂ ਘਰਾਂ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਜੋੜੇ ਪ੍ਰੋਪਰ ਇੱਕ ਰੈਕ ਦੇ ਵਿੱਚ ਵਧੀਆ ਤਰੀਕੇ ਨਾਲ ਰੱਖੇ ਜਾਣ। ਜਿਨ੍ਹਾਂ ਦੇ ਅੰਦਰ ਸਹਿਜ ਨਹੀਂ ਹੁੰਦਾ, ਜਿਨ੍ਹਾਂ ਦਾ ਮਨ ਕਾਲਾ ਪੈਂਦਾ ਹੈ, ਉਹ ਗੁਰੂ ਘਰ ਵਿੱਚ ਵੀ ਛੇਤੀ ਛੇਤੀ ਜੋੜੇ ਉਹ ਰੈਕ ਵਿੱਚ ਰੱਖਣ ਦੀ ਬਜਾਏ ਥੱਲੇ ਹੀ ਲਾ ਜਾਂਦੇ ਜੇ। ਸੱਚ ਜਾਣਿਓ, ਲੈਕ ਆਫ ਸੋਲ ਸਟੇਬਿਲਿਟੀ ਕਹਿ ਲਓ, ਲੈਕ ਆਫ ਸਹਿਜ ਕਹਿ ਲਓ, ਸਹਿਜ ਦੀ ਘਾਟ ਕਰਕੇ, ਮਨ ਦੀ ਚੰਚਲਤਾਈ ਕਰਕੇ ਅਸੀਂ ਬਹੁਤ ਸਾਰੀਆਂ ਕੀਮਤੀ ਕਦਰਾਂ ਕੀਮਤਾਂ, ਸਾਡੀਆਂ ਜੋ ਵੈਲਿਊਜ਼ ਨੇ ਉਹਨੂੰ ਗਵਾ ਰਹੇ ਹਾਂ। ਅਸੀਂ ਘਰ ਦੇ ਵਿੱਚ ਬਾਹਰੋਂ ਆਉਂਦੇ ਹਾਂ, ਐਡੀ ਕਿੱਡੀ ਕਾਹਲੀ ਹੈ। ਸ਼ਾਇਦ ਸਾਡੀ ਇੱਕ ਕਮਜ਼ੋਰੀ ਹੈ। ਅਸੀਂ ਘਰ ਦੇ ਵਿੱਚ 3-4 ਜਾਣੇ ਇਕੱਠੇ ਐਂਟਰ ਹੁੰਦੇ ਹਾਂ, ਆਪਣੇ ਆਪਣੇ ਜੋੜੇ ਲਾ ਕੇ ਛੇਤੀ ਛੇਤੀ ਅੰਦਰ ਵੜਨਾ ਚਾਹੁੰਦੇ ਹਾਂ, ਮਨ ਵਿੱਚ ਕਾਲਾ ਪਾਣਾ ਹੈ। ਅਸੀਂ ਜਿਹੜਾ ਸਾਡੇ ਤੋਂ ਅੱਗੇ ਹੈ ਉਹਨੂੰ ਟਾਈਮ ਨਹੀਂ ਦੇ ਰਹੇ। ਜੇ ਗੁਰੂ ਘਰ ਦੇ ਵਿੱਚ ਜੋੜੇ ਪ੍ਰੋਪਰ ਰੈਕ ਵਿੱਚ ਰੱਖੇ ਜਾਂਦੇ ਨੇ ਤਾਂ ਅਸੀਂ ਸਿੱਖਣਾ ਇਹਦੇ ਵਿੱਚੋਂ, ਸਾਡੇ ਘਰ ਵਿੱਚ ਵੀ ਜੋੜੇ ਪ੍ਰੋਪਰ ਰੱਖੇ ਜਾਣੇ ਚਾਹੀਦੇ ਨੇ। ਜੇ ਗੁਰੂ ਘਰ ਵਿੱਚ ਅਸੀਂ ਇਹ ਸੋਚ ਕੇ ਸੇਵਾ ਕਰਦੇ ਹਾਂ ਕਿ ਇੱਥੇ ਆਉਣ ਵਾਲਾ ਗੁਰਬਾਣੀ ਪੜ੍ਹਦਾ ਹੈ ਤੇ ਘਰ ਦੇ ਵਿੱਚ ਵੀ ਰਹਿਣ ਵਾਲੇ ਗੁਰਬਾਣੀ ਪੜ੍ਹਦੇ ਨੇ। ਗੁਰਬਾਣੀ ਪੜ੍ਹਨ ਵਾਲੇ ਦੀ ਇੱਕ ਅਸੀਸ ਲੈਣ ਵਾਸਤੇ ਸੇਵਾਵਾਂ ਹੁੰਦੀਆਂ ਨੇ। ਇੱਥੇ ਇੱਕ ਮੈਂ ਬੇਨਤੀ ਕਰਾਂ, ਜੇ ਤਾਂ ਜੋੜਿਆਂ ਦੇ ਉੱਤੇ ਮਿੱਟੀ ਘੱਟਾ ਹੋਵੇ, ਜੋੜੇ ਸਨੋਹ ਨਾਲ ਲਿਬੜੇ ਹੋਣ, ਰੇਤੇ ਨਾਲ ਲਿਬੜੇ ਹੋਣ, ਤਾਂ ਧੋਣਾ ਸੇਵਾ ਹੈ, ਵਾਹਿਗੁਰੂ ਸਾਫ਼ ਕਰਨਾ ਸੇਵਾ ਹੈ। ਅਤੇ ਜੋ ਆਲਰੇਡੀ ਸਾਫ਼ ਨੇ, ਉੱਪਰ ਅਸੀਂ ਕੱਪੜਾ ਫੇਰ ਦਿੱਤਾ, ਫਿਰ ਇਹ ਸੇਵਾ ਥੋੜ੍ਹੀ ਹੋਈ। ਸੇਵਾ ਤਾਂ ਹੁੰਦੀ ਹੈ ਜਿਹੜੀ ਲੋੜ ਹੋਵੇ। ਜੋੜਾ ਘਰ ਵਿੱਚ ਤੁਸੀਂ ਸਾਫ਼ ਜੋੜਿਆਂ ਨੂੰ ਵੀ ਉੱਪਰ ਕੱਪੜਾ ਮਾਰ ਰਹੇ ਹੋ ਅਤੇ ਕੋਲ ਜਿੱਥੇ ਹੱਥ ਧੋਤੇ ਜਾਂਦੇ ਸ਼ਿੰਕ, ਉੱਥੇ ਕਿੰਨੇ ਛਿੱਟੇ ਪਏ ਨੇ, ਉਹਨੂੰ ਸਾਫ਼ ਹੀ ਨਹੀਂ ਕਰ ਰਹੇ। ਸਿੱਖਣਾ ਹੈ ਅਸੀਂ, ਇਹੀ ਸ਼ਰਧਾ ਨੂੰ ਘਰ ਲਿਜਾਣਾ ਹੈ। ਘਰ ਵਿੱਚ ਵੀ ਪ੍ਰੋਪਰ ਸ਼ੂ ਰੱਖੇ ਹੋਣ। ਵਿਰਲੇ ਘਰ ਹੋਣਗੇ ਜਿਨ੍ਹਾਂ ਘਰਾਂ ਵਿੱਚ ਬੱਚਾ ਜਾਂ ਬੱਚੀ ਮਾਤਾ ਪਿਤਾ ਦੇ ਸ਼ੂ ਚੱਕ ਕੇ ਕਹਿੰਦੇ ਮਾਂ ਆ ਸ਼ੂ ਪਾ ਲੈ। ਗੁਰੂ ਘਰ ਦੀ ਸੇਵਾ ਵਿੱਚੋਂ ਸਿੱਖ ਲੈ ਪਿਆਰਿਆ, ਸਿਖਾ ਦੇ ਬੱਚਿਆਂ ਨੂੰ। ਜਿੰਨੀ ਸ਼ਰਧਾ ਸਤਿਕਾਰ ਦੇ ਨਾਲ ਉੱਥੇ ਸੇਵਾ ਕਰਦਾ, ਉਨੀ ਸ਼ਰਧਾ ਸਤਿਕਾਰ ਦੇ ਨਾਲ ਘਰ ਵਿੱਚ ਸੇਵਾ ਕਰ। ਫਿਰ ਚਾਦਰਾਂ ਵਿਛਾਉਣ ਦੀ ਸੇਵਾ ਹੈ, ਵਾਕਿਮ ਲਾਇਆ ਜਾਂਦਾ ਹੈ, ਅਤੇ ਵਾਕਿਮ ਤਾਂ ਘਰ ਵਿੱਚ ਵੀ ਲਾਉਣਾ ਹੁੰਦਾ ਹੈ। ਘਰ ਵਿੱਚ ਵੀ ਚਾਦਰਾਂ ਵਿਛਾਉਣੀਆਂ ਹੁੰਦੀਆਂ ਨੇ। ਜੇ ਉਹ ਮੇਰੇ ਗੁਰੂ ਦਾ ਘਰ ਹੈ ਅਤੇ ਜਿਹੜਾ ਸਾਡਾ ਘਰ ਅਸੀਂ ਕਹਿੰਦੇ ਹਾਂ ਜਿਹਨੂੰ, ਇਹ ਵੀ ਤਾਂ ਮੇਰੇ ਦਾਤੇ ਦਾ ਘਰ ਹੈ। ਘਰ ਦੇ ਵਿੱਚ ਵੀ ਬੱਚੇ ਉੱਠਣ, ਸੁਖਮਨੀ ਸਾਹਿਬ ਜੀ ਦੀ ਪੰਕਤੀ ਯਾਦ ਕਰਨ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ 8 ਪਹਿਰ ਤਾਂਕਾ ਜਸ ਗਾਵੀ ਜੈ। ਜਿਸ ਦਾਤੇ ਨੇ, ਜਿਸ ਵਾਹਿਗੁਰੂ ਜੀ ਨੇ ਤੈਨੂੰ ਸੌਣ ਵਾਸਤੇ, ਆਰਾਮ ਕਰਨ ਵਾਸਤੇ ਬੈੱਡ ਦਿੱਤਾ ਹੈ, ਉਸ ਦਾਤੇ ਨੂੰ ਯਾਦ ਰੱਖ। ਇਹ ਦਾਤੇ ਦਾ ਬੈੱਡ ਸਮਝ ਕੇ ਇਸ ਨੂੰ ਵਰਤ। ਅਤੇ ਜਿਵੇਂ ਗੁਰੂ ਘਰ ਦੇ ਵਿੱਚ ਚਾਦਰਾਂ ਵਿਛਾਉਣ ਦੀ, ਜੇ ਚਾਦਰ ਵਿੱਚ ਵਾਲ ਹੈ ਉਹਨੂੰ ਸਿੱਧਾ ਕਰਨ ਦੀ ਸੇਵਾ ਵਿੱਚ ਸ਼ਰਧਾ ਸਤਿਕਾਰ ਬਣਦਾ ਹੈ, ਇੱਕ ਪ੍ਰੇਮ ਰਸ ਜਾਗਦਾ ਹੈ। ਅਤੇ ਘਰ ਦੇ ਵਿੱਚ ਵੀ ਜੇ ਅਸੀਂ ਦਾਤੇ ਦਾ ਬੈੱਡ ਸਮਝਾਂਗੇ, ਦਾਤੇ ਦਾ ਦਿੱਤਾ ਘਰ ਸਮਝਾਂਗੇ, ਅਤੇ ਉੱਥੇ ਵੀ ਅਸੀਂ ਇਸ ਨੂੰ ਸੇਵਾ ਸਮਝਾਂਗੇ ਅਤੇ ਸਾਡੀ ਜ਼ਿੰਦਗੀ ਸੇਵਾ ਬਣ ਜਾਏਗੀ। ਅਸੀਂ ਗੁਰੂ ਘਰ ਦੇ ਵਿੱਚ ਵਾਕਿਮ ਲਾਉਂਦੇ ਹਾਂ,
ਮਨ ਨੂੰ ਗੁਰੂ ਦਾ ਪਿਆਰ ਜਾਗਦਾ ਹੈ, ਕਿ ਸ਼ਰਧਾ ਸਤਿਕਾਰ ਜਾਗਦਾ ਹੈ ਕਿ ਅਸੀਂ ਦਾਤੇ ਦੇ ਘਰ ਵਿੱਚ ਵਾਕਿਮ ਲਾ ਰਹੇ ਹਾਂ ਤੇ ਸਾਡੇ ਘਰ ਵੀ ਦਾਤੇ ਦੇ ਘਰ ਨੇ। ਉੱਥੇ ਵੀ ਸਫਾਈ ਦੀ ਭਾਵਨਾ, ਜੇ ਅਸੀਂ ਬੱਚਿਆਂ ਦੇ ਮਨ ਵਿੱਚ ਇਹ ਭਾਵਨਾ ਭਰ ਦੇਵਾਂਗੇ, ਬੇਟਾ ਗੁਰੂ ਘਰ ਦੀ ਹਰ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਇੰਪਾਰਟਿੰਗ ਟ੍ਰੇਨਿੰਗ ਹੈ, ਇਹ ਸਿੱਖਣ ਵਾਸਤੇ ਨਮੂਨੇ ਮਾਤਰ ਪ੍ਰਬੰਧ ਕੀਤਾ ਗਿਆ, ਇਲਸਟ੍ਰੇਟਿਵ ਮਾਡਲਸ ਨੇ, ਤੂੰ ਉੱਥੋਂ ਸਿੱਖ ਕੇ ਉਹੀ ਸ਼ਰਧਾ ਸਤਿਕਾਰ ਘਰ ਦੇ ਵਿੱਚ ਜਿਉਣਾ ਹੈ, ਉੱਥੋਂ ਸਿੱਖ ਕੇ ਉਹੀ ਪਿਆਰ ਰਸ ਨਿਮਰਤਾ ਘਰ ਵਿੱਚ ਜਿਉਣੀ ਹੈ। ਗੁਰੂ ਘਰ ਦੀਆਂ ਸੇਵਾਵਾਂ ਸਿਖਾਉਣ ਵਾਸਤੇ ਨੇ। ਯਤਨ ਕਰੀਏ, ਅੰਦਰ ਸਹਿਜ ਲਿਆਈਏ, ਅੰਦਰ ਨਿਮਰਤਾ ਲਿਆਈਏ। ਗੁਰੂ ਘਰ ਦੀਆਂ ਸੇਵਾਵਾਂ ਨਿਮਰਤਾ ਅੰਦਰ ਲਿਆਉਣ ਵਾਸਤੇ, ਅੰਦਰ ਸਹਿਜ ਸਿੱਖਣ ਵਾਸਤੇ ਹੁੰਦੀਆਂ ਨੇ। ਗੁਰੂ ਸਾਹਿਬ ਦੇ ਹੁੰਦਿਆਂ ਅਗਰ ਕੋਈ ਗੁਰੂ ਕਾ ਲੰਗਰ ਵਰਤਾਉਣ ਬਣਾਉਣ ਵਾਲਾ ਕੁੜੱਤਣ ਭਰੇ ਬੋਲ ਬੋਲਦਾ ਸੀ, ਗੁਰੂ ਪਾਤਸ਼ਾਹ ਉਸ ਨੂੰ ਡਾਂਟਦੇ ਸਨ। ਅੱਜ ਸਾਡੇ ਘਰਾਂ ਵਿੱਚ ਲੋੜ ਨੇ ਸਾਡੇ ਬੱਚਿਆਂ ਤੇ ਸਾਡੇ ਟੀਨਏਜਰਸ ਦੇ ਸੋਚ ਤੇ ਸੁਭਾਅ ਨੂੰ ਘੜਨ ਦੀ। ਗੁਰੂ ਘਰ ਦੇ ਵਿੱਚ ਸੇਵਾਵਾਂ ਨੇ, ਉੱਥੋਂ ਸਿੱਖਿਆ ਜਾ ਸਕਦਾ ਹੈ। ਤੇ ਸਾਡੇ ਕੋਲ ਕੀਮਤੀ ਵਿਰਸਾ ਹੈ ਗੁਰਬਾਣੀ ਤੇ ਗੁਰ ਇਤਿਹਾਸ। ਗੁਰਬਾਣੀ ਨੇ ਸਾਨੂੰ ਸਮਝ ਦੇਣੀ ਹੈ। ਦੋ ਚੀਜ਼ਾਂ ਬਹੁਤ ਜ਼ਰੂਰੀ ਹੈ, ਅੰਡਰਸਟੈਂਡਿੰਗ ਤੇ ਥਾਟ, ਫੈਸਲੇ ਲੈਣੇ। ਗੁਰਬਾਣੀ ਨੇ ਸਮਝ ਸਿਖਾਉਣੀ ਹੈ, ਅੰਡਰਸਟੈਂਡ। ਹਰ ਚੀਜ਼ ਬਾਰੇ ਤੁਹਾਡੀ ਸਮਝ ਕਿੱਥੇ ਹੈ, ਕਿਹੋ ਜਿਹੀ ਸਮਝ ਹੈ, ਨਿਰਭਰ ਕਰੇਗਾ ਤੁਹਾਡੀ ਜ਼ਿੰਦਗੀ ਦਾ ਲੈਵਲ ਕਿਹੋ ਜਿਹਾ ਹੈ। ਇਸੇ ਨੇ ਲੈਵਲ ਬਣਾਉਣਾ ਹੈ। ਤੇ ਇਤਿਹਾਸ ਨੇ ਸਾਨੂੰ ਫੈਸਲੇ ਲੈਣੇ ਸਿਖਾਉਣੇ ਨੇ, ਸੋਚ ਸਿਖਾਉਣੀ ਹੈ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਗੁਰਬਾਣੀ ਵਿੱਚੋਂ ਸਮਝ ਸਿਖਾਈਏ, ਇਤਿਹਾਸ ਵਿੱਚੋਂ ਸੋਚ ਸਿਖਾਈਏ ਤੇ ਸੇਵਾਵਾਂ ਵਿੱਚੋਂ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਸਿਖਾਈਏ। ਅਰਦਾਸ ਕਰਿਓ ਸਾਡਾ ਇਹ ਮਿਸ਼ਨ ਪੂਰਾ ਹੋ ਜਾਵੇ। ਸਾਨੂੰ ਸਹਿਯੋਗ ਦਿਓ, ਇਕਨੋਮਿਕਲੀ ਵੀ ਸਹਿਯੋਗ ਦਿਓ, ਮੋਰਲ ਸਪੋਰਟ ਵੀ ਕਰਿਓ। ਜੋ ਅਸੀਂ ਕੈਲਗਰੀ ਦੇ ਵਿੱਚ ਇਹ ਸ਼ੁਰੂਆਤ ਕਰ ਰਹੇ ਹਾਂ, ਆਉਣ ਵਾਲੀ ਪੀੜ੍ਹੀ ਦੇ ਸੋਚ ਸੁਭਾਅ ਨੂੰ ਕਰਨ ਵਾਸਤੇ। ਸਾਡੇ ਇਸ ਆਫਟਰ ਸਕੂਲ, ਜੋ ਸਕੂਲ ਦੀਆਂ ਕਲਾਸਾਂ ਤੋਂ ਬਾਅਦ ਵਿੱਚ ਸ਼ਾਮ ਦੇ ਸਮੇਂ 3 ਘੰਟਿਆਂ ਦਾ ਰੋਜ਼ਾਨਾ ਦਾ ਸਕੂਲ ਹੋਏਗਾ, ਜਿਹਦੇ 'ਚ ਵੀਕਐਂਡ ਦੇ ਉੱਪਰ ਛੋਟੇ ਛੋਟੇ ਬੱਚਿਆਂ ਨੂੰ ਮਾਂ ਬੋਲੀ, ਗੁਰਮੁਖੀ, ਉਹਨਾਂ ਨੂੰ ਫੈਮਿਲੀ ਮੈਨਰਸ, ਉਹਨਾਂ ਨੂੰ ਸਿੱਖੀ ਵਿਰਸਾ ਸਿਖਾਉਣ ਵਾਸਤੇ ਇਹ ਸ਼ੁਰੂਆਤ ਕਰ ਰਹੇ ਹਾਂ। ਉਹਦੇ ਲਈ ਸਹਿਯੋਗ ਦਿਓ, ਅਰਦਾਸ ਕਰਿਓ। ਫਿਲਹਾਲ ਸਾਡੇ ਕੋਲ ਲਿਮਟਿਡ ਸੀਟਸ ਨੇ। ਅਸੀਂ ਉਨੇ ਕੁ ਬੱਚੇ ਹੀ ਉਸ ਵਿੱਚ ਰੱਖ ਸਕਦੇ ਹਾਂ ਜਿੰਨੇ ਇੱਥੋਂ ਦੇ ਫਾਇਰ ਕੋਡ ਮੁਤਾਬਕ ਅਸੀਂ ਇੱਕ ਗਰੁੱਪ ਵਿੱਚ ਰੱਖ ਸਕਾਂਗੇ। ਜੇ ਤੁਹਾਡਾ ਸਹਿਯੋਗ ਵਧਿਆ, ਆਉਣ ਵਾਲੇ ਸਮੇਂ 'ਚ ਇਸ ਸਕੂਲ ਨੂੰ ਵੱਡੀ ਪੱਧਰ 'ਤੇ ਲਿਜਾਵਾਂਗੇ। ਕੈਨੇਡਾ ਦੇ ਹਰ ਸ਼ਹਿਰ ਵਿੱਚ ਇਹ ਸਕੂਲ ਬਣੇ ਇਸ ਤਰ੍ਹਾਂ ਦਾ, ਉਹਦੇ ਲਈ ਮੋਟੀਵੇਟ ਵੀ ਕਰਾਂਗੇ, ਯਤਨ ਵੀ ਕਰਾਂਗੇ, ਆਪਾਂ ਵੀ ਵਾਰਾਂਗੇ। ਤੁਹਾਡੇ ਸਹਿਯੋਗ ਦੀ ਲੋੜ ਰਹੇਗੀ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗਦਾ ਹੈ, ਇਹਨੂੰ ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ, ਵਟਸਐਪ ਗਰੁੱਪਾਂ ਰਾਹੀਂ ਜ਼ਰੂਰ ਭੇਜਿਆ ਕਰੋ। ਹਰ ਇੱਕ ਨੂੰ ਪ੍ਰੇਰਿਤ ਕਰੋ ਇਹ ਸ਼ੋਅ ਦੇਖਣ ਵਾਸਤੇ। ਤੁਸੀਂ ਬਹੁਤ ਮੋਟੀਵੇਟ ਕੀਤਾ। ਹਰ ਹਫਤੇ ਦਰਸ਼ਕਾਂ ਦੀ ਗਿਣਤੀ ਵੱਧ ਰਹੀ ਹੈ। ਹੋਰ ਮੋਟੀਵੇਟ ਕਰਦੇ ਰਹੋ, ਹਰ ਇੱਕ ਨੂੰ ਦੱਸਦੇ ਰਹੋ। ਸਾਡਾ ਗੁਰਗਿਆਨ ਟੀਵੀ YouTube ਦੇ ਉੱਪਰ ਜੋ ਚੈਨਲ ਹੈ ਗੁਰਗਿਆਨ ਟੀਵੀ, ਉਹਨੂੰ ਹਰ ਕੋਈ ਸਬਸਕ੍ਰਾਈਬ ਕਰੋ। ਹੋਰਨਾਂ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੁਸੀਂ ਮੋਟੀਵੇਟ ਕਰਦੇ ਰਹੋ, ਪ੍ਰੇਰਿਤ ਕਰਦੇ ਰਹੋ। ਹਰ ਸ਼ੋਅ ਸਾਡਾ ਦੇਖਦੇ ਰਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਾਲ। ਫੋਨ ਨੰਬਰ 403-333-3313 ਅਤੇ ਈਮੇਲ chalhomes@gmail.com।
ਸੈਸਕਟੂਨ ਜਾਂ ਰਜਾਈਨਾ ਵਿੱਚ ਕਾਰ, SUV ਜਾਂ ਪਿਕਾ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਾਂ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈਡਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵਾਓ, ਆਪਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਜੀ ਤੋਂ ਸੁਣ ਰਹੇ ਸੀ ਕਿ ਕਿਵੇਂ ਨਿਊ ਜਨਰੇਸ਼ਨ ਦੇ ਸੋਚ ਅਤੇ ਸੁਭਾਅ ਵਿੱਚ ਘਾੜਤ ਕੱਢ ਸਕਦੇ ਹਾਂ। ਜੋ ਵੀ ਗਿਆਨੀ ਰਾਮ ਸਿੰਘ ਜੀ ਚਹਿਲਾਂ ਦੇ ਵਿਚਾਰ ਇੱਕ ਵਾਰੀ ਸੁਣ ਲੈਂਦਾ ਹੈ, ਉਹ ਇਹਨਾਂ ਦਾ ਫੈਨ ਬਣ ਜਾਂਦਾ ਹੈ। ਸਾਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਆਪਣੇ ਬੱਚਿਆਂ ਨੂੰ ਕਾਪੀ ਪੈਨ ਲੈ ਕੇ ਬੈਠਣ ਲਈ ਕਹਿੰਦੇ ਹੋ। ਤੁਹਾਡੇ ਬੱਚੇ ਨੋਟਸ ਵੀ ਬਣਾਉਂਦੇ ਹਨ। ਬਹੁਤ ਸਾਰੇ ਬੱਚੇ ਆਪਣੇ ਬਣਾਏ ਨੋਟਸ ਦੀ ਫੋਟੋ ਖਿੱਚ ਕੇ ਸਾਨੂੰ ਈਮੇਲ ਰਾਹੀਂ ਭੇਜਦੇ ਵੀ ਹਨ। ਅਸੀਂ ਸਭ ਦੇ ਧੰਨਵਾਦੀ ਹਾਂ ਜੀ। ਤੁਹਾਨੂੰ ਸਭ ਨੂੰ ਇਹ ਪਤਾ ਹੈ ਕਿ ਸਾਡਾ ਇਹ ਐਪੀਸੋਡ ਇੱਕ ਤਰ੍ਹਾਂ ਨਾਲ ਘਰ ਬੈਠ ਕੇ ਇੱਕ ਕਲਾਸ ਲਾਉਣ ਵਾਂਗ ਕੰਮ ਦੇਵੇਗਾ। ਇਸ ਦਾ ਵੱਧ ਤੋਂ ਵੱਧ ਲਾਹਾ ਲੈਣਾ ਸਭ ਦਾ ਫਰਜ਼ ਹੈ। ਆਓ ਹੁਣ ਆਪਾਂ ਸਮਰੀਤ ਕੌਰ ਜੀ ਤੋਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। My name is Simri, and today I'll be talking about why we recite Nitnem every day and how Gurbani changes our life for the better. So what is Nitnem? The word Nitnem itself means a daily routine. Nitnem is a daily prayer that's read by Sikhs every single day. It consists of 7 baniya, so 5 are read in the morning, 1 in the evening, and 1 at night. So why do we read it every day? Why can't we just read it once and understand it properly? So many people ask this question. Well, Nitnem cleans our mind and soul every single day. When we wake up in the morning and read Gurbani, it's like taking a long shower of truth. As we read it more and more, we begin to grow spiritually and our soul begins to gain interest in reading it. We want to understand it and we want to experience it. Just like how we take a shower in the morning to feel clean, we read Gurbani to make us strong. Then during the day, we become distracted by the societal treasures and the society, and then we get stuck in them, and then we read Rehra Sahib to get our mind back to how it was in the morning. Lastly, we read Kirtan Sohila before going to bed, which reminds us about the Maharaj once again. Kirtan Sohila washes off all the dirt that the world builds upon us during the day. Nitnem is also food for our soul. Our body is temporary, but our soul is what lasts forever. Nitnem is food for our soul. We eat about 3 or 4 meals a day. Our soul needs food too. It needs gyan. Reading Gurbani keeps us strong. It helps us go throughout any obstacles that we may encounter throughout the day. It gives us a path. So when we have a big meal, by doing Panj Baniya in the morning, it keeps us strong throughout the day. And then during the evening, when we get hungry again, we do Rehra Sahib. And then Kirtan Sohila keeps us going up until the morning. Nitnem also expresses our love for our Guru. One way to express our love for the Guru is to recite Gurbani. Gurbani isn't only teaching us about the right path and going towards it, but it is the right path. By singing Gurbani with pyar and nimrata, we can look through Sri Guru Nanak Dev Ji's eyes and see our Guru.
When we begin to fall in love with Gurbani, doing Path doesn't seem like a chore. It becomes more of like a pleasure. In Chaupai Sahib it says, Tor Bhajan ki rehe pyasa, which basically means to have more and more desperation to sing the name of the Lord. Reading Nitnem is like having a conversation with our Guru. When we do Nitnem, we're reading the things that Sri Guru, that Guru Sahib wants us to know. Guruji is telling us these things through Gurbani because Bani Guru, Guru hai Bani, which Bani Amrit Sare. The Gurbani is the Guru, so we learn through the Guru. We also obtain treasures of Naam when we recite Gurbani. When we have to accomplish a goal, we have to work hard towards it every single day. Just like that, to read Gurbani and understand it and have the true appreciation for Naam, we have to read it every single day. But before that, we should always begin by doing an ardas. Doing an ardas to Maharaj, saying, Maharaj, please give me gyan and help me understand Gurbani. Maharaj, please help me focus while reading these precious and valuable words. And when you say that and you start reading Path, Guru Sahib helps you right away. He's there. We just need to have faith that he's right beside us holding our hand. Maharaj does a lot for us. He gave us way more than what we actually deserve. We deserve nothing. So can't we just give him a little bit of our time and do Path or Simran for them? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਸਮਰੀਤ ਕੌਰ ਜੀ, ਕਮਾਲ ਹੈ। ਗਿਆਨੀ ਰਾਮ ਸਿੰਘ ਜੀ ਦੀ ਸੋਚ ਇਹ ਹੈ ਕਿ ਨਵੀਂ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਦੇ ਨਾਲ-ਨਾਲ ਉਹਨਾਂ ਦੇ ਟੈਲੈਂਟ ਨੂੰ ਉਭਾਰਨਾ ਬਹੁਤ ਜ਼ਰੂਰੀ ਹੈ। ਅੱਜ ਜਿੱਥੇ ਸਾਡੀਆਂ ਰਿਸਪੌਂਸਿਬਲ ਸਿੱਖ ਇੰਸਟੀਟਿਊਟਸ ਬੱਚਿਆਂ ਅਤੇ ਟੀਨੇਜਰਸ ਵੱਲ ਫੋਕਸ ਕਰਕੇ ਇਹਨਾਂ ਨੂੰ ਪ੍ਰਾਇਓਰਿਟੀ ਬੇਸਿਸ ਨਹੀਂ ਲੈ ਰਹੇ, ਉੱਥੇ ਗਿਆਨੀ ਰਾਮ ਸਿੰਘ ਜੀ ਨਵੀਂ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਅਣਥੱਕ ਮਿਹਨਤ ਕਰਕੇ ਆਪਾ ਮਾਰ ਰਹੇ ਹਨ। ਉਹਨਾਂ ਦੀ ਮਿਹਨਤ ਦਾ ਸਦਕਾ ਅੱਜ ਸਾਡੇ ਛੋਟੇ-ਛੋਟੇ ਬੱਚੇ ਵੀ ਟੈਲੀਵਿਜ਼ਨ ਤੇ ਸਾਡੇ ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਹਨ। ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਹਰ ਇੱਕ ਸ਼ਨੀਵਾਰ ਨੂੰ ਹੁੰਦੀਆਂ ਨੇ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ, ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ। ਐਡ ਦੇਣ ਲਈ ਸੰਪਰਕ ਕਰੋ 6395904464 639 590 4464। ਆਓ ਹੁਣ ਆਪਾਂ ਜਪ ਸਾਹਿਬ ਸਿੰਘ ਜੀ ਤੋਂ ਸਾਖੀ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਬਾਰੇ ਦੱਸੂ। ਗੁਰੂ ਅਰਜਨ ਦੇਵ ਜੀ ਦਾ ਜਨਮ ਗੋਬਿੰਦਵਾਲ ਵਿਖੇ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਹੋਇਆ। ਆਪ ਜੀ ਸਾਰੇ ਭਰਾਵਾਂ ਵਿੱਚ ਸਭ ਤੋਂ ਛੋਟੇ ਸਨ। ਵੱਡੇ ਸਨ ਪ੍ਰਤੀਚੰਦ ਜੀ, ਦੂਜੇ ਸਨ ਮਹਾਦੇਵ ਜੀ। ਔਰ ਆਪ ਜੀ ਦੇ ਨਾਨਾ ਜੀ ਗੁਰੂ ਅਮਰਦਾਸ ਜੀ ਮਨਜੀਤ ਬੇਟੇ ਹੁੰਦੇ ਆ। ਗੁਰੂ ਅਰਜਨ ਦੇਵ ਜੀ ਖੇਡਦੇ ਜਦੋਂ ਭਲਾ ਮੈਨੂੰ ਹਿਲਾਉਂਦੇ ਆ ਤੇ ਅੱਗੋਂ ਗੁਰੂ ਪਾਤਸ਼ਾਹ ਜੀ ਪੁੱਛਦੇ ਆ, ਕੌਣ ਹੈ ਪੁਰਖ ਭਾਰੀ ਜਿਹਨੇ ਸਾਡੀ ਮੰਜੀ ਹਿਲਾਈ ਸਾਰੀ। ਅੱਗੋਂ ਬੀਬੀ ਭਾਨੀ ਜੀ ਨੇ ਆ ਕੇ ਆਖਿਆ, ਤਾਂ ਆਪ ਜੀ ਦਾ ਦੋਹਤਾ ਹੈ। ਅੱਗੋਂ ਗੁਰੂ ਪਿਤਾ ਜੀ ਨੇ ਹੱਸ ਕੇ ਆਖਿਆ, ਇਹ ਕੱਲਾ ਦੋਹਤਾ ਨਹੀਂ, ਇਹ ਬਾਣੀ ਦਾ ਬੋਹਤਾ ਵੀ ਹੈ। ਬਾਬਾ ਬੁੱਢਾ ਜੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਤਾਸ ਜਾਣ ਲੱਗੇ ਤੇ ਅੱਗੋਂ ਪ੍ਰਤੀਚੰਦ ਕਹਿੰਦਾ, ਮੈਂ ਹਾਂ ਵੱਡਾ ਪੁੱਤਰ ਤੇ ਸਭ ਤੇ ਮੇਰਾ ਹੱਕ ਬਣਦਾ ਹੈ। ਤੇ ਅੱਗੋਂ ਬਾਬਾ ਬੁੱਢਾ ਜੀ ਬੋਲੇ, ਪ੍ਰਤੀਚੰਦ ਜੋ ਤਾਂ ਉਸੇ ਦਿਨ ਹੀ ਪਰਮੇਸ਼ ਕਰ ਗਈ ਸੀ ਜਿਸ ਦਿਨ ਗੁਰੂ ਰਾਮਦਾਸ ਜੀ ਨੇ ਮੱਥਾ ਟੇਕ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ 5 ਗੁਰੂ ਸਾਹਿਬ ਦੀ ਬਾਣੀ, ਭੱਟਾਂ ਦੀ ਬਾਣੀ ਤੇ ਭਗਤਾਂ ਦੀ ਬਾਣੀ, ਫਿਰ ਆਦਿ ਗ੍ਰੰਥ ਦੀ ਰਚਨਾ ਕੀਤੀ। ਬਾਬਾ ਬੁੱਢਾ ਜੀ ਆਦਿ ਗ੍ਰੰਥ ਨੂੰ ਸ਼੍ਰੀ ਹਰਿਮੰਦਰ ਸਾਹਿਬ ਲੈ ਗਏ ਤੇ ਉੱਥੇ ਜਾ ਕੇ ਆਦਿ ਗ੍ਰੰਥ ਨੂੰ ਪ੍ਰਕਾਸ਼ ਕੀਤਾ ਤੇ ਆਦਿ ਗ੍ਰੰਥ ਬਾਬਾ ਗੁਰੂ ਅਰਜਨ ਦੇਵ ਜੀ ਨੇ ਆਦਾ ਚਾਰ ਸਾਹਿਬ ਬਾਬਾ ਬੁੱਢਾ ਜੀ ਨੂੰ ਫੜਾਇਆ ਤੇ ਬੋਲੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਾ ਪੰਥ।
हुक्मनामा आया सूही महला पंजवा संतां के कारज आप खलोया हर काम करावन आया राम। फिर जो उधरों गुरु अर्जन देव जी ने संगतां दे कहण ते विहागवन जी दा रिश्ता मोड़िया चंदू दी बेटी दा। चंदू कहंदा फिरदा सी मैं चुबारे दी टमोरी नूं ला दित्ती। ते जहांगीर जदों गुस्से विच आया ते गुरु अर्जन देव जी नूं कहंदा जान तुसीं बाले पैसे दिया, जान तुसीं गुरु ग्रंथ साहिब साडे वाले दिखाओ, जान तुसीं चंदू दी बेटी दा रिश्ता लाओ। ते गुरु साहब ने मना कर दिता ते गुरु साहब नूं लाहौर बुलाया गया। ते एक चंदू ने तत्ती तवी चंदू एक बल्दी दे कराई, उन्हां नूं विच बिठा के उपर ढक्कन ला दिता। एक चंदू एक तत्ती तवी कराई ते उन्हां नूं उपर बिठा के उपर सड़दी हुई रेता पाएगी। ते ऐसा ਸਿੰਘਾਂ ਤੋਂ ਦੇਖਿਆ ਨਾ ਗਿਆ ਤੇ ਉਹ ਸਿੰਘ ਨਦੀ ਉਹ ਗੁਰੂ ਸਾਹਿਬ ਨੂੰ ਨਦੀ ਵਿੱਚ ਲੈ ਗਏ, ਮੋਢਿਆਂ ਤੇ ਚੱਕ ਕੇ ਨਦੀ ਵਿੱਚ ਲੈ ਗਏ ਤੇ ਗੁਰੂ ਸਾਹਿਬ ਉੱਥੇ 5 ਫੁੱਟ ਸਿਰ ਤੇ ਆ ਗਏ। सूरज किरण में जल का जल हुआ राम, ज्योति ज्योत रली फिर संपूर्ण थी आराम। वाहिगुरु जी का खालसा वाहिगुरु जी की फतेह। ਵਾਓ, ਅਸੀਂ ਧੰਨਵਾਦੀ ਹਾਂ ਜਪ ਸਾਹਿਬ ਸਿੰਘ ਜੀ ਦੇ, ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰ ਸੁਣਾਏ ਹਨ। ਜਿਹੜੇ ਵੀ ਪਰਿਵਾਰ ਸਾਡੇ ਗੁਰਗਿਆਨ ਦਾ ਨਗਾਰਾ ਪ੍ਰੋਗਰਾਮ ਦੇਖਦੇ ਹਨ, ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। ਅਸੀਂ ਵਿਸ਼ੇਸ਼ ਧੰਨਵਾਦੀ ਹਾਂ ਉਹਨਾਂ ਬੱਚਿਆਂ ਅਤੇ ਨੌਜਵਾਨਾਂ ਦੇ ਜਿਹੜੇ ਸਾਡਾ ਇਹ ਸ਼ੋਅ ਦੇਖ ਕੇ ਨੋਟਸ ਬਣਾਉਂਦੇ ਨੇ। ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। ਅਗਲੇ ਹਫਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫੇਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਾਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਸੈਸਕਟੂਨ ਜਾਂ ਰਜੀਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। JYT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ।
ਸ਼ਬਦ